ਸਰਬ ਕਲਾ ਸਮਰਥ ਡੋਲਣ ਤੇ ਰੱਖਿਓ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸ਼ਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸੁੰਦਰ बार बार बारी बरियाई वाहिगुरु जी का
गुरु की साझी नवाजी गुरु खालसा सा संगत जीओ। प्रथम साहिबां दी फतेह प्रवान करो, मुबारक रस्मां पवित्र करो। गज बज के फतेह बुलाओ जी। वाहिगुरू जी का खालसा, वाहिगुरू जी की फतेह। सतनाम दा पावन गुर इतिहास निता प्रता की तरह जो लड़ीवार गुर इतिहास आप सरवण कर रहे हो, सतगुरां वालों भला उदम बख्शिश किया है, जिसके फलस्वरूप मौसम की परवाह न करदे हुए अपने निजी कामां धंधिਆਂ ਨੂੰ संकोच करके कलयुग के तत्ते झोरियां दे विचों वासना विकारां दे विचों प्रभु भगती के परताए नैतिक प्रत की तरह पावन पवित्र स्थान गुरुद्वारा श्री बाली साहिब विखे सतगुरां दे मुख मंडल के सामने आप हाजिर होए हो। तन करके हाजिरी लग गई है। आओ सतगुरां का तरला नहीं है, जोदरी करिए, अरदास करिए, बेनती करिए। सतगुरु जिथे आप जी की कृपा करके तन करके हाजिरी लग रही है, मन वृत्ति नूं भी भला उदम बख्शो, मन भी हाजिर हो जाए। आखो सतनाम। तन न मरे मन काहे कुल राए। जेकर तन हाजिर होया है, मन हाजिर ना होया, हाजी गुरु दर ते प्रवान नहीं। सवाओ प्रथम जो गुरबाक ने दसां दिशावां विच धौंदा होया मन निज घर विच टिक जावे। इस करके ही ये सारा ताना बाणा गुर मर्यादा गुर इतिहास गुरबाणी गुरबाणी कीर्तन कथा विख्यान ये जिन्ने भी उदम ने मन निज घर विच टिकाउण वास्ते। सवाओ जिवें मूल पाठ के जाप करते हो, मूल मंत्र का जाप करते हो, गुर मंत्र का जाप करते हो, प्रेम सहित रसना पवित्र करिए, प्रेम दे नाल मुबारक रसना पवित्र करिए। आओ मूल मंत्र के जाप गुर मंत्र के जाप तो आप आरंभता करनी है। फिर जो लड़ीवार इतिहास गुर इतिहास धन श्री गुरु नानक देव जी महाराज जी का प्रारंभ है, उस गुर इतिहास के नाल वाबस्ता होना है। आओ मूल पाठ मूल मंत्र के जाप एक ओंकार करता पुरख
ਜੀ। ਪਿਤਾ ਬੈਨ ਸੁਨ ਕਰ ਜਗ ਸੁਆਮੀ, ਸੁਰਭੀ ਖੇਲ ਭਏ ਅਨਗਾਮੀ। ਇਹ ਜੋ ਭਾਗਵਤ ਪ੍ਰਵਾਨ ਆਪ ਜੀ ਨੇ ਸਰਵਣ ਕੀਤੇ ਨੇ, ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਜਿਨ੍ਹਾਂ ਦੀ ਰਚੈਤਾ ਕਵੀ ਸੰਤੋਖ ਸਿੰਘ ਜੀ ਚੂੜਾਮਣੀ, ਜਿਨ੍ਹਾਂ ਦੇ ਇਹ ਬੋਲ ਨੇ, ਬੋਲ ਕਿਸ ਪਰਥਾਏ ਨੇ, ਜਗਤ ਗੁਰੂ ਬਾਬੇ ਨਾਨਕ ਦੇ ਪਰਥਾਏ। ਇਹ ਬੋਲ ਪ੍ਰਥਮ ਗੁਰ ਇਤਿਹਾਸ ਗ੍ਰੰਥ ਜਨਮ ਸਾਖੀ ਦੇ ਵੀ ਨੇ, ਜੋ ਇਤਿਹਾਸਕ ਬਿਰਤਾਂਤ ਪ੍ਰਥਮ ਰਚਿਆ ਗਿਆ ਗ੍ਰੰਥ, ਜਿਹਨੂੰ ਅਸੀਂ ਸ਼ੌਕ ਵਿੱਚ ਕਹਿੰਦੇ ਹਾਂ ਜਨਮ ਸਾਖੀ। ਸਾਖੀ ਸਾਖੀ ਦਾ ਸੰਸਕ੍ਰਿਤ ਦਾ ਉਲੱਥਾ ਹੈ, ਪੰਜਾਬੀ ਰੂਪ ਹੈ ਸਾਖੀ, ਗਵਾਹੀ। ਕੋਈ ਕਾਰਜ ਉਚਿਤ ਅਣਉਚਿਤ ਹੋ ਜਾਵੇ, ਫਿਰ ਮਨੁੱਖ ਨੂੰ ਪੁੱਛਿਆ ਜਾਂਦਾ, ਭਾਈ ਇਸ ਬਰਤਾਂਤ ਦਾ ਕੋਈ ਤੇਰਾ ਸਾਖੀ ਹੈ, ਤੇਰੇ ਕੋਲ ਕੋਈ ਗਵਾਹੀ ਹੈ ਜਿਹਨੇ ਵੇਖਿਆ ਹੋਵੇ। ਇਹ ਜੋ ਗੁਰ ਬਾਬੇ ਦਾ ਇਤਿਹਾਸ ਅਸੀਂ ਸਰਵਣ ਕਰ ਰਹੇ ਹਾਂ, ਸਾਨੂੰ ਪ੍ਰਥਮ ਪਤਾ ਹੋਣਾ ਚਾਹੀਦਾ ਹੈ ਭਾਈ, ਇਹ ਜੋ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਹੈ, ਇਹ ਰਚਿਤ ਹੈ ਕਵੀ ਸੰਤੋਖ ਸਿੰਘ ਜੀ ਚੂੜਾਮਣੀ। ਔਰ ਉਸ ਤੋਂ ਪਹਿਲਾਂ ਜਿਹੜਾ ਬਾਬੇ ਦੇ ਜੀਵਨ ਬਰਤਾਂਤ ਬਾਰੇ ਸਾਨੂੰ ਨਜ਼ਰਸਾਨੀ ਕਰਾਉਂਦਾ ਗ੍ਰੰਥ ਹੈ, ਉਹ ਹੈ ਜਨਮ ਸਾਖੀ। ਇਹ ਜਨਮ ਸਾਖੀਆਂ ਕਿਵੇਂ ਹੋਂਦ ਵਿੱਚ ਆਈਆਂ, ਕਿਵੇਂ ਬਾਬੇ ਦਾ ਅਮੋਲਕ ਜੀਵਨ ਸਾਡੇ ਤਾਈਂ ਪਹੁੰਚਿਆ, ਇਹਦੇ ਬਾਬਤ ਵੀ ਨੌਲੇਜ ਹੋਣੀ ਚਾਹੀਦੀ ਹੈ। ਕਿਵੇਂ ਬਾਬਾ ਇਸ ਸੰਸਾਰ ਉੱਪਰ ਅਵਤਰਿਤ ਹੁੰਦਾ ਹੈ, ਕਿਵੇਂ ਬਾਬਾ ਪ੍ਰਗਟ ਹੋਇਆ, ਉਹਦੀ ਸਾਖੀ ਗਵਾਹੀ ਅਸੀਂ ਭਾਈ ਗੁਰਦਾਸ ਦੀਆਂ ਬਾਰਾਂ ਵਿੱਚੋਂ ਹੀ ਸਰਵਣ ਕਰਦੇ ਹਾਂ। ਆਖੋ ਸਤਿਨਾਮ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ। ਜਿਹੜੇ ਨਿੱਤ ਦੇ ਸਰੋਤੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਰੋਜ਼ ਭਾਈ ਗੁਰਦਾਸ ਜੀ ਦੇ ਨੇ। ਜਿਹੜੇ ਹੁਣ ਸਰਵਣ ਕਰ ਰਹੇ ਹਾਂ, ਇਹ ਕਵੀ ਸੰਤੋਖ ਸਿੰਘ ਚੂੜਾਮਣੀ ਕਵੀ ਜੀ ਦੇ ਬੋਲ ਨੇ, ਜਿਨ੍ਹਾਂ ਨੇ ਲੜੀਵਾਰ ਗੁਰ ਇਤਿਹਾਸ ਲਿਖਣਾ ਕੀਤਾ, ਤੇ ਸਾਡੇ ਤਾਈਂ ਦਸਾਂ ਪਾਤਸ਼ਾਹੀਆਂ ਦਾ ਗੁਰ ਇਤਿਹਾਸ, ਔਰ ਜੋ ਉਸ ਤੋਂ ਬਾਅਦ ਸਿੱਖ ਇਤਿਹਾਸ, ਉਹਦਾ ਅਸੀਂ ਸਾਡਾ ਵਿਵਰਣ ਇਹਨਾਂ ਇਤਿਹਾਸਕ ਸਰੋਤਾਂ ਤੋਂ ਪ੍ਰਾਪਤ ਕਰਦੇ ਹਾਂ। ਔਰ ਜਦੋਂ ਜਨਮ ਸਾਖੀਆਂ ਦੀ ਗੱਲ ਆਉਂਦੀ ਹੈ, ਉਹਨਾਂ ਦੇ ਵਿੱਚੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਭਾਈ ਪੈੜਾ ਮੋਖਾ, ਭਾਈ ਬਾਲਾ ਜੀ, ਇਹ ਤਿੰਨ ਸ਼ਖਸ ਸਾਡੇ ਸਾਹਮਣੇ ਨਜ਼ਰ ਆਉਂਦੇ ਨੇ। ਆਖੋ ਸਤਿਨਾਮ। ਭਾਈ ਬਾਲਾ ਜੀ ਸਾਖੀ ਨੇ, ਗਵਾਹੀ ਭਰਦੇ ਨੇ, ਲਿਖਾਉਂਦੇ ਨੇ। ਭਾਈ ਪੈੜਾ ਮੋਖਾ ਜੀ ਲਿਖਦੇ ਨੇ, ਤੇ ਨਾਲ ਸਰਵਣ ਕਰਨ ਵਾਲੀ ਜਿਨ੍ਹਾਂ ਦੀ ਨਜ਼ਰਸਾਨੀ ਦੇ ਅਧੀਨ, ਜਿਨ੍ਹਾਂ ਨੇ ਮੰਗ ਕੀਤੀ ਕਿ ਸਾਨੂੰ ਬਾਬੇ ਦਾ ਸਾਰਾ ਜੀਵਨ ਬਰਤਾਂਤ ਸੁਣਾਓ, ਤੇ ਇਹ ਕਿਰਪਾ ਹੁਣ ਸਾਡੇ ਤੇ ਹੋ ਰਹੀ ਹੈ। ਆਖੋ ਸਤਿਨਾਮ। ਉਸ ਜਨਮ ਤੋਂ ਲੈ ਕੇ, ਪ੍ਰਕਾਸ਼ ਤੋਂ ਲੈ ਕੇ ਜਿੱਥੋਂ ਤੱਕ ਹੁਣ ਅਸੀਂ ਪਹੁੰਚੇ ਹਾਂ, ਗੁਰ ਬਾਬੇ ਦਾ ਪ੍ਰਗਟ ਹੋਣਾ, ਘਰ ਦੇ ਵਿੱਚ ਵਿਚਰਨਾ, ਔਰ ਘਰ ਦੇ ਵਿੱਚ ਧਨ ਸੰਪਦਾ ਸਾਰੇ ਸਾਧਨ ਮੌਜੂਦ ਨੇ, ਔਰ ਫਿਰ ਵੀ ਮਾਪਿਆਂ ਨੂੰ ਫਿਕਰ ਹੁੰਦਾ। ਆਖੋ ਸਤਿਨਾਮ। ਕਿ ਜਿਹੜਾ ਬੱਚਾ ਹੈ, ਜੋ ਘਰ ਦੀ ਬਾਗਡੋਰ ਸੰਭਾਲਣ ਵਾਲਾ ਹੈ, ਉਹ ਕਿਸੇ ਨਾ ਕਿਸੇ ਕੰਮ ਗੋਚਰੇ ਲੱਗੇ, ਭਾਵ ਆਪਣੀ ਕਮਾਈ ਕਰੇ,
क्योंकि संसार की जिहड़ी विਉਂਤਬੰਦੀ इस तरह की है कि जिहड़ा मर्द प्रधान समाज है वह काम है साधन जटाने, माया दे बधाए कोई ना कोई काम काज करना, काम करके कमा के लिया के घर देना। ते दूसरे बन्ने जो संसार की दूजी धिर है त्रिमत औरत, ਉਹਦਾ ਕੰਮ है घर नूं सवारना, घर नूं चलाउणा। आपो सतनाम। सो संसार की ये किरत लिरत दोवां जीआं दे नाल चल रही है, और जिस तो मुੱਢ ਵੱਧਦਾ है संसार अंदर परिवार का, ते गुर बाबे का जो सिद्धांत है कि घर परिवार में रहिंदियां होइयां गृहस्थी जीवन बतीत करदियां होइयां गुरु गुरु करदियां होइयां सब तो सुखैन राह है परमेश्वर नाल भेद होण दा। आपो सतनाम। सो इसे करके चिंता तुरने मापे कि गुर बाबा वो तो नहीं है कहते गुर बाबा। आपो सतनाम। वो की आंदे ने कहते ने खट्टू है वेलड़ है, किसी काम में इहदा जी नहीं लगता, कोई काम कार नहीं करता, वेला बस अजे आंधी पढ़दा। आपो सतनाम। बाबे नूं भी इन्हां गल्लां दा सामना करना पिया जीवन दे विच, ते ओहदे कोलों चपेड़ां भी खाणियां पईयां और खादियां कित करके साडे करके। आपो सतनाम। बाबा कुछ समझाउणा चाहुंदा है पर पिता माया दे अधीन है, मां ममता दे अधीन है। सतगुरू समझाते कहते माया ममता मोहनी जिन बेण दंता जग खाया। ये माया ते ममता ये दो चीज़ां ने जिहड़ी संसार नूं बिना दंदां तो खा रही, लगातार खा रही है। गुर बाबे दे समझाउण ते भी खा रही है। ते जिहड़ा बाबे ने काम चुक्या है, जिस काम दे परथाए बाबे ने पैड़ पाई है, वो की है किरसानी, उत्तम खेती, निखिल चाकरी ते मध्यम व्यापार। संसार अंदर तीन प्रमुख धंधे ने। बाबे ने किरसानी नूं चुनिया और घर दे वख-वख कित्तियां विच पा के वेख चुके ने। बाबा किसी भी किते विच जी नहीं जलाउंदा। बाबे का जी कित्थे है? निरंकार वल। आपो सतनाम। बाबा जिथे भी बेंदा ओहदे वेखदा नूं धर्मशाला चाहिदी है, गुरुद्वारा चाहिदा है, मंदिर चाहिदा है, मसीत चाहिदी है। नहीं, वो खुले आकाश अंदर जिथे भी बह जाता है उत्थे फिर की करता है? अपनी सुरती नूं शब्द नाल जोड़ लैंदा। आपो सतनाम। ते घरदियां ने जिहड़ा हुण काम चुनिया है, जिथे अपना लड़ी ते बाहर इतिहास चल रहा है, कहते कि होर जे हुण काम नहीं कर सकता तो ठीक जा, फिर जिहड़े घर दे डंगर बच्चे ने वो चार लिया कर। सब तो नखित अनपढ़ गवारां वाला काम बाबे नूं सौंपिया गया ते बाबे ने ना नहीं की। हुण की आखदे ने अमृत वेला हुंदा है ते ओह आवाज़ मारदा है। अजकल भी इदां ही हुंदी है, मापे आवाज़ां मार मार उठाउंदे बच्चों नूं, पर बच्चे उठदे नहीं सवेर। क्यों नहीं उठदे? कारण की है? पहलां ते स्कूल लगदे सी, उठदे सी बच्चे, उदों भी खाना पैंदा सी, उदों भी कोई ना कोई कारण सी। सारा दिन स्कूल च मत बच जानी, लम्मा लम्मा होमवर्क, उस तो पिछों फिर आ सवा साल 1.5 साल हो गया कोविड करके बच्चे बिल्कुल ही गिल्लड़ हो गए। आपो सतनाम। ना स्कूल का डर रहा, ना मापियां का डर रहा, ना पढ़ाई वालों कुछ जिहड़ी भी हुंदी है वो सारिਆਂ ਨੂੰ पता किद्दां हुंदी है। आपो सतनाम। पहलां कहते सी फोन को हाथ नहीं करना, हुण फोन तो बिना गुजारा ही नहीं। काम सारा उल्टा हो गया। पिता ने आवाज मारी, नानक उठ। नानक ने
ਸੁਰਤ ਸੰਭਾਲੀ। ਜੋ ਕੋ ਲੜੀਵਾਰ ਇਤਿਹਾਸ ਪ੍ਰੇਮ ਨਾਲ ਸਰਵਣ ਕਰਨਾ ਹੈ, ਆਓ ਉਸ ਦਾਇਰੇ ਨੂੰ ਮੁਬਾਰਕ ਰਸਨਾ ਨਾਲ ਪਵਿੱਤਰ ਕਰਕੇ ਆਪਾਂ ਮਨ ਦੀ ਸੁਰਤੀ ਕਰਕੇ, ਸ਼ਬਦ ਦੀ ਸੁਰਤੀ ਕਰਕੇ ਸਰਵਣ ਕਰੀਏ ਜੀ। ਪਿਤਾ ਬੈਨ ਸੁਨ ਕਰ ਜਗ ਸੁਆਮੀ, ਸੁਰਭੀ ਖੋਲ ਪਏ ਅਨੁਗਾਮੀ। ਪਿਤਾ ਨੇ ਬਾਜ ਮਾਰੀ ਨਾਨਕ ਓਟ, ਨਾਨਕ ਓਟ, ਨਾਨਕ ਓਟ। ਨਾਨਕ ਦੇ ਕੰਨੀ ਜਦੋਂ ਇਹ ਆਵਾਜ਼ ਪੈਂਦੀ ਹੈ ਪਿਤਾ ਦੇ ਬੋਲ ਆਵਾਜ਼, ਤੇ ਨਾਨਕ ਸੁਰਤੀ ਸੰਭਾਲਦੇ ਨੇ। ਆਵਾਜ਼ ਸੁਣ ਕੇ ਜਿਹੜਾ ਉਹਨਾਂ ਦਾ ਇਸ ਵੇਲੇ ਮੁੱਖ ਕਾਰਜ ਹੈ, ਉਸ ਕਾਰਜ ਵੱਲ ਪ੍ਰੇਰਿਤ ਹੁੰਦੇ ਹਨ ਜੀ। ਜਹਾਂ ਖੇਤ ਸੁੰਦਰ ਹਰਿਆਈ, ਬਾਰ ਬਾਰ ਬਾਰੀ ਬਰਿਆਈ। ਕਹਿੰਦੇ ਉਸੇ ਵੇਲੇ ਕਦਮ ਉਸ ਕੰਮ ਦੇ ਵਿੱਚ ਧਿਆਨ ਧਰਦੇ ਨੇ ਗੁਰੂ ਨਾਨਕ। ਗੁਰੂ ਨਾਨਕ ਮੁਨਕਰ ਨਹੀਂ ਦੇ, ਅਸੀਂ ਮੁਨਕਰ ਹਾਂ। ਕੋ ਸਤਿਨਾਮ। ਗੁਰੂ ਨਾਨਕ ਕਹਿੰਦੇ ਮਨ ਹਾੜੀ ਕਿਰਸਾਣੇ ਕਰਨੀ, ਸ਼ਰਮ ਖਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਲਾਏ ਚਿਤ ਕਰ ਚਾਕਰੀ। ਮਨ ਨਾਮ ਕਰ ਕੰਮ। ਇਹਦੇ ਕੋਈ ਵੀ ਕੰਮ ਕਰਨਾ ਹੋਵੇ ਨਾ ਭਾਈ, ਮਨ ਕਰਕੇ ਕਰਿਆ। ਜੇ ਮਨ ਹਾੜੀ ਕਿਰਸਾਣੀ ਕਰਨੀ ਤੇ ਤਾਂ ਵੀ ਇਹ ਨਹੀਂ ਕਿ ਉਹਦੇ ਵਿੱਚ ਬਲੀਤ ਧਾਰ ਲਾਣੀ। ਜੇ ਕੋਈ ਵਪਾਰ ਕਰਨਾ ਤੇ ਉਹਦੇ ਵਿੱਚ ਵੀ ਕੰਨਾਂ ਘਿਸ ਮਾਰ ਜਾਣੀ, ਨਹੀਂ। ਪਰ ਜਿਹੜੀਆਂ ਰਹਾਉ ਦੀਆਂ ਪੰਕਤੀਆਂ ਨੇ ਉਹਦੇ ਵਿੱਚ ਕਹਿੰਦੇ ਬਾਬਾ ਮਾਇਆ ਸਾਧ ਨਾ ਹੋਏ, ਇਹ ਨ ਮਾਇਆ ਜਗ ਮੋਹਿਆ ਬਿਰਲਾ ਬੁਝੇ ਹੋਏ। ਧੰਦਾ ਕਰਨਾ ਹੈ ਕਿਸ ਕਰਕੇ ਕਰਨਾ ਹੈ ਭਾਈ? ਤਾਂ ਕਿ ਅਸੀਂ ਧਰਮ ਦੇ ਪਾਏ ਪੁਰਨਿਆਂ ਤੇ ਚੱਲ ਸਕੀਏ। ਧੰਦਾ ਕਿਸ ਕਰਕੇ ਕਰਨਾ, ਰੋਜੀ ਰੋਟੀ ਕਿਸ ਕਰਕੇ ਕਰਨੀ? ਕਿਉਂਕਿ ਗੁਰੂ ਨਾਨਕ ਦਾ ਉਪਦੇਸ਼ ਹੈ ਕਿਰਤ ਬਿਰਤ ਕਰ ਧਰਮ ਦੇ ਹੱਥੋਂ ਦੇ ਕੇ ਭਲਾ ਮਨਾਏ। ਤੇ ਅਸੀਂ ਕੀ ਕਰਦੇ ਹਾਂ? ਅਸੀਂ ਤੇ ਫਿਰ ਬਿਲਕੁਲ ਉਲਟ ਚੱਲ ਰਹੇ ਹਾਂ। ਜਿਸ ਕੰਮ ਨੂੰ ਬਾਬੇ ਨੇ ਪਹਿਲ ਦਿੱਤੀ, ਉਹ ਕਹਿੰਦੇ ਭਾਈ ਜਿੱਥੇ ਧੰਦਾ ਕਰਨਾ ਹੈ ਉੱਥੇ ਧਰਮ ਨੂੰ ਵੀ ਤਰਜੀਹ ਦੇਣੀ ਹੈ। ਤੇ ਧਰਮ ਅਸੀਂ ਰੱਖਿਆ ਵਾਧੂ ਸਮਾਚਾਰ ਦੇ ਵਿੱਚ, ਤੇ ਜਿਹੜਾ ਧੰਦਾ ਹੈ ਉਹਨੂੰ ਰੱਖਿਆ ਅਸੀਂ ਪ੍ਰਾਇਮਰੀ ਸਥਾਨ ਤੇ। ਪ੍ਰਾਇਮ ਅਸੀਂ ਧੰਦਾ ਕਰ ਲਿਆ, ਧਰਮ ਨੂੰ ਥਰਡ ਪਾਰਟ ਦੇ ਵਿੱਚ ਰੱਖਿਆ। ਤੇ ਫਿਰ ਜਦੋਂ ਧਰਮ ਦੀ ਨਖੇਧੀ ਹੋਵੇਗੀ, ਧਰਮ ਦਾ ਦੁਰਾਚਾਰ ਹੋਵੇਗਾ, ਇਹ ਜਿਹੜਾ ਮਨੁੱਖੀ ਕਿਰਦਾਰ ਹੈ ਫਿਰ ਸਫਲ ਨਹੀਂ ਜੇ ਹੋ ਸਕਦਾ। ਇਸ ਕਰਕੇ ਬਾਬੇ ਨੇ ਜਿਹੜਾ ਵੀ ਕੰਮ ਕੀਤਾ ਭਾਈ ਉਹਦੇ ਵਿੱਚ ਮਨ ਨੂੰ ਪ੍ਰਥਮ ਸ਼ਾਮਲ ਕੀਤਾ। ਪਿਤਾ ਦੀ ਆਵਾਜ਼ ਸੁਣੀ, ਸਰਪਟ ਉੱਠੇ ਨੇ। ਮੱਝਾਂ ਦੇ, ਗਾਵਾਂ ਦੇ, ਬਛੜਿਆਂ ਦੇ, ਕਟੜੂਆਂ ਦੇ ਗਲਾਂ ਦੇ ਵਿੱਚੋਂ ਸੰਗਲ ਉਤਾਰੇ ਨੇ ਤੇ ਉਹਨਾਂ ਨੂੰ ਆਵਾਜ਼ ਦਿੱਤੀ ਹੈ। ਤੇ ਜਿੱਥੇ ਬੜੇ ਸੋਹਣੇ ਲਹਿਰ ਆਉਂਦੇ ਖੇਤ ਨੇ, ਹਰਿਆਵਲ ਹੈ, ਚਰਾਂਦਾ ਨੇ, ਉਧਰ ਵੱਲ ਪਸ਼ੂਆਂ ਨੂੰ ਤੋਰ ਦਿੱਤਾ ਹੈ ਜੀ। ਚੌਪਈ ਆਪ ਸੋਏਗੇ ਹੋਏ ਸੁਕਾਰੇ, ਖਾਤ ਖੇਤ ਨੇ ਅਨੰਤ ਪਧਾਰੇ। ਹੁਣ ਜਿਹੜੀ ਪਸ਼ੂ ਬਿਰਤੀ ਹੈ ਉਹ ਕਿੱਥੋਂ ਤੱਕ ਸੀਮਤ ਹੋ ਸਕਦੀ ਹੈ? ਉਹਤੇ ਕੋਈ ਅੰਕੁਸ਼ ਨਹੀਂ ਹੈ, ਕੋਈ ਬੰਧਨ ਨਹੀਂ ਹੈ। ਉਹਨਾਂ ਨੂੰ ਕੋਈ ਵੱਟਾਂ ਬੰਨਿਆਂ ਦੀ ਪਰਵਾਹ ਨਹੀਂ। ਇਸੇ ਤਰ੍ਹਾਂ ਜਿਹੜਾ ਪਸ਼ੂ ਬਿਰਤੀ ਵਿੱਚ ਮਨ ਵਿਲੀਨ ਹੈ ਇਹ ਵੀ ਪਰਵਾਹ ਨਹੀਂ ਕਰਦਾ। ਜੇ ਇਹਨਾਂ ਦੋਵਾਂ ਬਿਰਤੀਆਂ ਨੂੰ ਆਪਾਂ ਜੋੜ ਕੇ ਵੇਖੀਏ ਤੇ ਸਾਧੂ ਕਹਿੰਦੇ ਨੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋ ਰਸੰਖ ਗਲ ਵੱਡ। ਜਪਜੀ ਸਾਹਿਬ ਤੇ ਬੋਲਣਾ, ਉਹ ਕਹਿੰਦੇ ਸੰਸਾਰ ਪਸ਼ੂ ਬਿਰਤੀ ਨਾਲ ਕਹਿੰਦੇ ਭਰਿਆ ਪਿਆ ਹੈ। ਸਿਆਣੇ ਮਨੁੱਖ ਲੱਭਣੇ ਹੁਣ ਕਹਿੰਦੇ ਗਿਣਤੀ ਉਂਗਲਾਂ ਤੇ ਕੀਤੀ ਜਾ ਸਕਦੀ। ਅਸੰਖ ਭਾਵ ਨਾ ਗਿਣੇ ਜਾਣ ਵਾਲੀ ਗਿਣਤੀ ਹੈ। ਇੰਨੀ ਵੱਡੀ ਤਾਦਾਦ ਵਿੱਚ ਸੰਸਾਰ ਮੂਰਖਾਂ ਨਾਲ ਭਰਿਆ ਪਿਆ ਹੈ।
ਪਸ਼ੂ ਬਿਰਤੀ ਨਾਲ ਭਰਿਆ ਪਿਆ ਹੈ। ਮਨ ਜਿਹੜਾ ਹੈ ਪਸ਼ੂ ਬਿਰਤੀ ਦੀ ਨਿਆਣੀ ਹੈ। ਇਹ ਨਹੀਂ ਵੇਖਦਾ ਵਟਾਂ ਬੰਨੇ, ਇਹ ਨਹੀਂ ਵੇਖਦਾ ਗੁਣਾ ਵੱਲੇ ਅਵਗੁਣਾ ਵੱਲੇ, ਇਹ ਤੇ ਅਵਗੁਣਾ ਵੱਲ ਧਾ ਕੇ ਪੈਰ ਪੈਰ ਤੇ ਭਜਦਾ ਹੈ। ਇਸੇ ਤਰ੍ਹਾਂ ਪਸ਼ੂ ਬਿਰਤੀ ਹੈ, ਉਹਨੂੰ ਇਹ ਨਹੀਂ ਪਤਾ ਕਿ ਹਰਿਆਵਲ ਘਾਹ ਹੈ ਕਿ ਹਰਿਆ ਭਰਿਆ ਖੇਤ ਹੈ। ਉਹਨੂੰ ਤੇ ਸਿਰਫ ਚਰਨ ਦੇ ਨਾਲ ਹੈ। ਆਖੋ ਸਤਿਨਾਮ। ਇਸੇ ਤਰ੍ਹਾਂ ਸਾਡੀ ਮਨੋਬਿਰਤੀ ਹੈ, ਉਹ ਨਹੀਂ ਪਛਾਣ ਕਰਦੀ ਕਿ ਗੁਣਾ ਦੀ ਖੇਤ ਹੈ, ਅਵਗੁਣਾ ਦਾ ਖੇਤ ਹੈ। ਬਸ ਇਹਦੇ ਧਾ ਕੇ ਜਾ ਵੜਦਾ। कितने गुरबाणी पढ़ी जा रही है, कितना कीर्तन किया जा रहा है, किन्ने कथा विचार हो रहे हैं। जिन्ने अज समागम शब्द गुरबाणी ने कथा विचारां दे हुंदे पहले कदे नहीं सी, पर मन ते एक अंकुश सी, मन दी कुछ सीमावां सन, मन नहीं सी बढ़दा विकारां दे विच। पर अज जिन्ना विकारां दे विच दिन रात मन लिपाए पावेंदा कदे भी नहीं सी। आखो सतनाम। हुण इत्थे सतगुरु जी आप ते प्रेम दे नाल पशुआं नूं छड़ दित्ता, उन्हां दे गड़ां विचों संगल ला दित्ते ने। आप सुखारे हो के एक वृक्ष दी छावें किंदे बैठ गए ने, पै गए ने। पर जिहड़ी पशु बिरती है वो परवाह थोड़ा करदी, वो डिफाइन नहीं कर सकती। उन्हें अपना काम शुरू कर दिता। भाव जेड़े बहुत हरे भरे खेत बीजे हुए सन जमींदारां दे, लहलहार खेत उन्हां विच जा वड़ना कीता है जी। जब सब चरकी को गौतमी, दिवस चरियायो वै भूमि। हुण फिर जिवें साडी रूटीन है, शाम वेले असीं खूहां तो वापस आ जांदे घरां, ते जिवें ही अमृत वेला हुंदा जिमींदार उठदे ने, ਜਿਹੜੇ ਜਿਹੜੇ ਖੇਤਾਂ ਵੱਲ ਪਾਣੀ ਦਾ ਆਇਆ ਹੁੰਦਾ ਉਹਨਾਂ ਨੂੰ ਫਿਰ ਵੇਖਦੇ ਅਮਰਤ ਵੇਲੇ। ਹੁਣ ਜਿਵੇਂ ਹੀ ਅਮਰਤ ਵੇਲੇ ਦੀ ਸਾਂਭ ਸੰਭਾਲ ਕਰਦੇ ਨੇ ਸਾਰੇ, ਤੇ ਜ਼ਿਮੀਂਦਾਰ ਆਪਣੇ ਵਿਹਲੇ ਹੋ ਕੇ ਕੰਮਾਂ ਕਾਰਾਂ ਵੱਲ ਤੁਰ ਪੈਂਦੇ ਨੇ, ਖੇਤਾਂ ਵੱਲ ਜਾਂਦੇ ਨੇ। ਕੀ ਵੇਖਦੇ ਹਨ? ਜਬ ਸਭ ਚਰਬੀ ਗੋ ਧੂਮੀ, ਦਿਵਸ ਚਲੇ ਆਇਓ ਵਹਿ ਭੂਮੀ। ਖੇਤਾਂ ਦੇ ਮਾਲਕ ਜਦੋਂ ਆਪਦੇ ਖੇਤਾਂ ਵਿੱਚ ਪਹੁੰਚਦੇ ਨੇ, ਤੇ ਜਿਹੜੇ ਲਹਿਲਹਾਰ ਖੇਤ ਸਨ ਉੱਥੇ ਉਹਨਾਂ ਨੂੰ ਨਜ਼ਰ ਨਹੀਂ ਆ ਰਹੇ। ਕਾਰਨ ਕੀ ਹੈ? ਜਿਵੇਂ ਮਨ ਵਿਕਾਰਾਂ ਦੇ ਖੇਤਾਂ ਦੇ ਵਿੱਚ ਲਹਿਲਹਾਉਂਦੇ ਮਾਇਆ ਦੇ ਸੱਜੇ ਹੋਏ ਦਰਬਾਰਾਂ ਵਿੱਚ ਜਾ ਵੜਦਾ ਹੈ, ਉਸੇ ਤਰ੍ਹਾਂ ਇਹ ਪਸ਼ੂ ਬਿਰਤੀ ਨੇ ਲਹਿਲਹਾਉਂਦੇ ਖੇਤ ਚਰ ਲਏ ਹਨ। ਉਹ ਗਾਵਾਂ, ਉਹ ਮੱਝੀਆਂ, ਉਹ ਕੱਟੂ ਬਛੜੂ ਸਾਰੇ ਜਾ ਵੜੇ ਹਨ ਖੇਤਾਂ ਦੇ ਵਿੱਚ ਜੀ। दर्श पयो हिरन, कृष चारी किन टीट माना। ਜਿਹੜੇ ਖੇਤਾਂ ਦੇ ਮਾਲਕ ਨੇ ਜਦੋਂ ਵੇਖਦੇ ਨੇ ਆਪਦੇ ਖੇਤਾਂ ਦੀ ਦੁਰਦਸ਼ਾ ਹੀ ਕਵਾਂਗੇ। ਜੇਤ ਖਰੇ ਖੇਤ ਹਰੇ ਭਰੇ ਹੁੰਦੇ ਤੇ ਨਜ਼ਰ ਆਉਂਦੇ, ਪਰ ਕਹਿੰਦੇ ਉੱਥੇ ਤੇ ਚਿੱਕੜ। ਪਸ਼ੂਆਂ ਨੇ, ਮੱਝਾਂ ਨੇ, ਗਾਵਾਂ ਨੇ ਜਿੱਥੇ ਪਹਿਲਾਂ ਉਸ ਖੇਤਾਂ ਨੂੰ ਚਰਨਾ ਕੀਤਾ, ਫਿਰ ਉਹਨਾਂ ਦੇ ਵਿੱਚ ਲਟਣਾ ਨੇ ਕੀਤਾ। ਆਖੋ ਸਤਿਨਾਮ। ਪਸ਼ੂਆਂ ਦੀ ਇਹ ਬਿਰਤੀ ਹੁੰਦੀ ਹੈ, ਸੁਭਾਅ ਹੁੰਦਾ ਉਹਨਾਂ ਦਾ ਕਿ ਜਿਵੇਂ ਉਹ ਪਹਿਲਾਂ ਚਰਦੇ ਨੇ, ਫਿਰ ਖਾਣੇ ਨੂੰ ਹਜਮ ਕਰਕੇ ਖਿੱਟਦੇ ਵੀ ਨੇ। ਦੁਨੀਆ ਦੇ ਅੰਦਰ ਇਹ ਉਹਨਾਂ ਦਾ ਪਰਪੱਕ ਸੁਭਾਅ ਹੈ। ਤੇ ਕਹਿੰਦੇ ਜਦੋਂ ਖੇਤ ਦੇ ਮਾਲਕਾਂ ਨੇ ਆ ਕੇ ਖੇਤ ਦੀ ਹਾਲਤ ਵੇਖੀ ਹੈ, ਉਹ ਇਸ ਹਾਲਤ ਨੂੰ ਵੇਖ ਕੇ ਹੈਰਾਨ ਪਰੇਸ਼ਾਨ ਹੋ ਰਹੇ ਨੇ। ਤੇ ਜਿਵੇਂ ਜਿਵੇਂ ਉਹ ਖੇਤਾਂ ਦੀ ਹਾਲਤ ਅੱਗੇ ਤੋਂ ਅੱਗੇ ਵੇਖਦੇ ਨੇ, ਇਸ ਚਾਰੀ ਗਿਰ ਢੀਠ ਮਹਾਨਾ ਕਹਿੰਦੇ ਇਹ ਕਿਹਦੀ ਹਮਾਕਤ ਹੈ, ਕਿਹਦੀ ਗਲਤੀ ਹੈ, ਕਿੰਨੇ ਏਡਾ ਢੀਠ ਪੁਣੇ ਵਾਲਾ ਕੰਮ ਕੀਤਾ ਹੈ। ਕਿਉਂਕਿ ਇਹੋ ਜਿਹਾ ਕੰਮ ਕੋਈ ਸਮਝਦਾਰ ਬੰਦਾ ਤੇ ਨਹੀਂ ਕਰ ਸਕਦਾ। ਪਰ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਤਨੇ ਵੀ ਸਾਡੇ ਕੋਲ ਅੱਜ ਸਮਝ ਹੈ, ਜਿਤਨਾ ਵੀ ਸਾਡੇ ਕੋਲ ਗਿਆਨ ਹੈ, ਜਿਤਨਾ ਵੀ ਸਾਡੇ ਕੋਲ ਧਿਆਨ ਹੈ, ਉਹ ਕਿੱਥੋਂ ਆਇਆ?
ਜਿਸ ਨੂੰ ਇਹ ਜ਼ਿਮੀਂਦਾਰ ਕਹਿਣ ਲੱਗੇ ਇਹ ਕਿਸੇ ਮਹਾਨ ਢੀਠ ਬੰਦੇ ਦਾ ਕੰਮ ਹੈ, ਉਹ ਸਾਰਾ ਗਿਆਨ, ਉਹ ਸਾਰਾ ਧਿਆਨ ਕਿੱਥੋਂ ਆ ਰਿਹਾ? ਗੁਰੂ ਬਾਬੇ ਤੋਂ ਆ ਰਿਹਾ। ਆਖੋ ਸਤਿਨਾਮ। ਜਿਹਨੂੰ ਅਸੀਂ ਢੀਠ ਕਹਿੰਦੇ ਹਾਂ, ਢੀਠ ਦਾ ਮਤਲਬ ਭਾਵ ਉਹ ਜਿਹੜਾ ਆਪਣੇ ਇਰਾਦੇ ਦਾ ਪਰਪੱਕ ਹੋਵੇ, ਢੀਠਤਾਈ ਦੇ ਨਾਲ ਕੰਮ ਕਰਨ ਵਾਲਾ ਹੋਵੇ। ਹੁਣ ਗੁਰਬਾਣੀ ਦੇ ਵਿੱਚ ਵੀ ਇਸ ਸ਼ਬਦ ਦਾ ਸਤਿਗੁਰਾਂ ਨੇ ਇੱਕ ਥਾਂ ਤੇ ਵਰਣਨ ਕੀਤਾ, ਕਹਿੰਦੇ ਭਾਵੋ ਦਾਨ ਢੀਠ ਹੋਏ ਮੰਗੋ। ਜਦੋਂ ਕਿਸੇ ਕੋਲ ਮੰਗਣਾ ਹੋਵੇ ਨਾ, ਫਿਰ ਢੀਠ ਹੋ ਕੇ ਮੰਗਿਆ ਜਾਂਦਾ। ਆਖੋ ਸਤਿਨਾਮ। ਭਾਵ ਪੂਰੀ ਸ਼ਿੱਦਤ ਦੇ ਨਾਲ ਕੋਈ ਮੰਗ ਕਰਨੀ, ਤੇ ਜਦੋਂ ਗੁਰੂ ਕੋਲ ਮੰਗ ਕਰਨੀ ਹੋਵੇ ਤਾਂ ਫਿਰ ਢੀਠ ਹੋ ਕੇ ਮੰਗਿਆ। ਉਹ ਦਾਤ ਕਿਹੜੀ ਦਾਤ? ਨਾਮ ਦੀ ਦਾਤ। ਆਖੋ ਸਤਿਨਾਮ। ਹੋਰ ਦੁਨਿਆਵੀ ਵਸਤੂਆਂ ਨੇ ਕਹਿੰਦੇ ਪਾਵੋ ਦਾਨ ਢੀਠ ਹੋਏ ਮੰਗੋ। ਉਹ ਦਾਨ, ਉਹ ਨਾਮ ਦੀ ਦਾਤ ਗੁਰੂ ਨਾਨਕ ਵੀ ਪੱਲਾ ਵਿਛਾ ਕੇ ਮੰਗਦੇ ਨੇ, ਤੇ ਸਾਨੂੰ ਮੰਗਣਾ ਦੱਸ ਰਹੇ ਨੇ। ਤੇ ਇੱਥੇ ਉਹ ਜਿਹੜਾ ਖੇਤੀ ਦਾ ਮਾਲਕ ਹੈ, ਕਹਿੰਦੇ ਇਹ ਕਿਸੇ ਮਹਾਨ ਢੀਠ ਦਾ ਕੰਮ ਹੈ, ਜਿਨੇ ਸਾਰਾ ਹਰਿਆ ਭਰਿਆ ਖੇਤ ਉਜਾੜ ਦਿੱਤਾ ਹੈ ਜੀ। ਸਿੰਚ ਸਿੰਚ ਮੈਂ ਬਾਦ ਨਾਰਿਓ, ਕਿਨੇ ਡਰ ਸਭ ਖੇਤ ਉਜਾਰਿਓ। ਹੁਣ ਸਾਨੂੰ ਪਤਾ ਬਈ, ਜਿਵੇਂ ਆਪਾਂ ਖੇਤਾਂ ਦੇ ਵਿੱਚ ਜੀਰੀ ਲਾਈ, ਝੋਨਾ ਲਾਇਆ, ਤੇ ਕਿੱਦਾਂ ਦਿਨ ਰਾਤ ਪਾਣੀ ਲਾਈਦਾ। ਆਪੋ ਸਤਿਨਾਮ। 6-6 ਘੰਟੇ ਲਾਈਟ ਆਉਂਦੀ ਆ, ਵੇਖਦੇ ਰਹੀਦਾ ਮੂੰਹ ਚੱਕ ਕੇ। ਆਪੋ ਸਤਿਨਾਮ। ਕਦੋਂ ਆਵੇਗੀ ਤਾਂ ਕਦੋਂ ਸੋਚਣਾ ਪਈ, ਚਲੋ ਭਾਵੇਂ ਆਟੋਮੈਟਿਕ ਲੱਗੇ ਨੇ, ਪਰ ਫਿਰ ਵੀ ਧਿਆਨ ਤੇ ਰਹਿੰਦਾ। ਹੁਣ ਜ਼ਿਮੀਂਦਾਰ ਕਹਿੰਦਾ ਸਿੰਚ ਸਿੰਚ ਮੈਂ ਬਹੁਤ ਦਿਨ ਹਾਰਿਓ। ਕਹਿੰਦੇ ਜਦੋਂ ਖੇਤੀ ਬੀਜੀ ਸੀ ਨਾ, ਇਹਨਾਂ 7 ਵਾਰੀ ਖੇਤ ਨੂੰ ਵਾਹਿਆ। ਭਗਤ ਧੰਨਾ ਜੀ ਕਹਿੰਦੇ ਕੀ ਕਹਿੰਦੇ? ਅਨਾਜ ਮੰਗੂ 7 ਸੀਕਾ। ਕਹਿੰਦੇ ਮੈਨੂੰ ਉਹ ਅਨਾਜ ਚਾਹੀਦਾ ਜਿਸ ਖੱਤੇ ਨੂੰ 7 ਸੀਆਂ ਲੱਗੀਆਂ ਹੋਣ, ਤੇ ਇੱਕ ਸੀ ਲਾਉਣੀ ਹੋਵੇ ਨਾ, 1 ਕਿੱਲਾ ਵਾਹੁਣਾ ਹੋਵੇ ਜ਼ਿਮੀਂਦਾਰ ਨੂੰ, ਤਾਰਾ ਚੜੇ ਤੋਂ ਹੜ ਜੋੜਨਾ ਪੈਂਦਾ ਸੀ। ਆਖੋ ਸਤਿਨਾਮ। ਤੇ ਫਿਰ ਸ਼ਾਹ ਵੇਲੇ ਤੱਕ ਮਸਾਂ ਹੀ ਵਰਦਾ ਸੀ, ਤੇ ਜਿੰਨਾ ਜ਼ੋਰ ਉਹਦਾ ਲੱਗਦਾ ਸੀ, ਜਿੰਨਾ ਪੈਂਡਾ ਕਰਦਾ ਸੀ ਨਾ, ਭਾਵ 8-9 ਮੀਲ ਪੈਂਡਾ ਹੋ ਜਾਂਦਾ ਸੀ 1 ਕਿੱਲੇ ਦੇ ਵਿੱਚ। ਆਖੋ ਸਤਿਨਾਮ। ਤੇ ਭਾਵ ਜਦੋਂ 7 ਸੀਆਂ ਲਾਉਣੀਆਂ ਪੈਣ 1 ਕਿੱਲੇ ਨੂੰ, ਤਾਂ ਫਿਰ ਕੇਵਲ ਤੇ ਕੇਵਲ ਉਹ ਸਮਾਂ ਜੇ ਆਪਾਂ ਨੋਟ ਕਰੀਏ, ਸਮਾਂ ਕਿੰਨਾ ਲੱਗਦਾ ਤਾਂ ਕਿੰਨਾ ਤੁਰਨਾ ਪੈਂਦਾ। ਕੇਵਲ ਤੇ ਕੇਵਲ 72 ਮੀਲ ਇੰਨਾ ਪੈਂਡਾ ਤੈਅ ਕਰਨਾ ਪੈਂਦਾ ਸੀ ਬਲਦਾਂ ਦੇ ਨਾਲ, ਪਸ਼ੂਆਂ ਦੇ ਨਾਲ ਪਸ਼ੂ ਹੋਣਾ ਪੈਂਦਾ ਸੀ। ਉਹ ਜ਼ਿਮੀਂਦਾਰ ਆਪਣੇ ਮਨ ਦੀ ਵਿਥਿਆ ਦਾ ਜ਼ਰਾ ਕਹਿੰਦਾ ਵੀ ਕਿਵੇਂ ਮੈਂ ਖੇਤ ਨੂੰ ਵਾਹਿਆ ਤੇ ਕਿਵੇਂ ਇਹਨੂੰ ਸਿੰਜਿਆ। ਪਾਣੀ ਕਿਹੜਾ ਲਾਉਣਾ ਸੌਖਾ ਸੀ, ਨਾ ਨਹਿਰੀ ਪਾਣੀ ਸੀ, ਖੂਹਾਂ ਦਾ ਪਾਣੀ ਕਿੰਨਾ ਟਿੰਡਾਂ ਦੇ ਨਾਲ ਕਿਤੇ ਕਿੰਨਾ ਪਾਉਣਾ ਸੀ, ਉਹ ਵੀ ਛੋਟੇ ਛੋਟੇ ਕਿਆਰੇ ਪਾਉਣੇ ਨਾਲ, ਜਿੱਦਾਂ ਫੜ ਕੇ ਖਿੱਚ ਕੇ ਪਾਣੀ ਲਾਉਣੇ ਸੀ। ਉਹ ਸਾਰੀ ਵਿਥਿਆ ਤਾਂ ਕਹਿੰਦੇ ਕਿਵੇਂ ਮੈਂ ਖੇਤਾਂ ਨੂੰ ਵਾਹਿਆ, ਕਿਵੇਂ ਉਹਨਾਂ ਨੂੰ ਸਿੰਜਿਆ, ਬਹੁਤ ਦਿਨ ਲੱਗ ਗਏ ਜਿੱਥੋਂ ਤੱਕ ਮੇਰਾ ਹੁਣ ਫਸਲ ਪਹੁੰਚੀ ਸੀ। ਇਹ ਥੋੜਾ ਵੀ ਦਿਨੇ ਬੀਜੀ ਤੇ ਰਾਤ ਨੂੰ ਖੇਤ ਲੈਣ ਆਉਣ ਲੱਗ ਪਏ, ਨਹੀਂ। ਬੜੀ ਮਸ਼ੱਕਤ ਹੈ ਕਿਰਸਾਨੀ ਦੇ ਅੰਦਰ। ਬੜਾ ਪ੍ਰੇਮ ਕਰਕੇ ਕਹਿੰਦੇ ਮੈਂ ਕੰਮ ਕੀਤਾ ਸੀ, ਪਰ ਕਹਿੰਦੇ ਮੈਂ ਪਾਣੀ ਦੇ ਕੇ ਹਾਰ ਗਿਆ। ਮੈਂ ਖੇਤਾਂ ਨੂੰ ਵੱਖ-ਵੱਖ ਸੀਆਂ ਲਾਉਂਦਾ ਹੰਭ ਗਿਆ, ਪਰ ਜਿਹੜਾ ਹੁਣ ਕੰਮ ਕਿਸੇ ਨਡਰ ਨੇ ਕੀਤਾ ਹੈ, ਜਿਹਦੇ ਨਾਲ ਮੇਰੀ ਸਾਰੀ ਖੇਤੀ ਉਜੜ ਗਈ। ਆਖੋ ਸਤਿਨਾਮ। ਆਪਣੀ ਮਨੋਂ ਦਸ਼ਾ ਨੂੰ ਕਿਸਾਨ ਬਿਆਨ ਕਰ ਰਿਹਾ, ਤੇ ਅੱਜ ਅਸੀਂ ਬੈਠੇ ਆ ਨਾ ਉੱਥੇ ਬਾਦਰਾਂ ਤੇ। ਕਿਸੇ ਨੇ ਪੁੱਛਿਆ ਗੁਰੂ ਨਾਨਕ ਨੂੰ, ਕਹਿੰਦੇ ਕਿ ਫਕੀਰੀ ਕੀ ਹੁੰਦੀ ਹੈ, ਸੰਤਪੁਣਾ ਕੀ ਹੁੰਦਾ ਹੈ, ਸਾਨੂੰ ਦੱਸਣਾ ਕਰੋ। ਤੇ ਗੁਰੂ ਨਾਨਕ ਕਹਿੰਦੇ ਕਿਸੇ ਅਮਲ ਦੇ ਵਾਸਤੇ, ਕਿਸੇ ਉੱਚ ਆਦਰਸ਼ ਦੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ।
ਫਕੀਰੀ ਹੁੰਦੀ ਹੈ। ਕਿਸੇ ਉੱਚ ਆਦਰਸ਼ ਵਾਸਤੇ ਸੰਤ ਆਪਣੇ ਆਪ ਨੂੰ ਕੁਰਬਾਨ ਕਰ ਦੇਵੇ, ਉਸ ਅਮਲ ਤੇ ਪਹੁੰਚ ਜਾਵੇ, ਫਿਰ ਜਿੱਥੇ ਸਦਾ ਵਾਸਤੇ ਲੋਕ ਉਹਨੂੰ ਯਾਦ ਕਰਦੇ ਨੇ ਉਹਨੂੰ ਸੰਤ ਕਹਿੰਦੇ ਨੇ। ਆਖੋ ਸਤਿਨਾਮ। ਕੋਈ ਵੇਖਣ ਵਿੱਚ ਸੰਤ ਨਹੀਂ, ਕੋਈ ਕੱਪੜਿਆਂ ਤੋਂ ਸੰਤ ਲੱਗਦਾ ਹੋਵੇ, ਨਹੀਂ। ਸੰਤ ਕੀ ਹੈ? ਉਹਦੇ ਸ਼ਬਦ, ਉਹਦੇ ਬੋਲ, ਉਹਨਾਂ ਦੇ ਬੋਲਾਂ ਵਿੱਚ ਕਿੰਨੀ ਤਾਕਤ ਹੈ। ਹੁਣ ਜਿਹੜੇ ਉੱਥੇ ਬੈਠੇ ਨੇ ਨਾ, 9 ਮਹੀਨੇ ਹੋ ਗਏ, 1.5 ਸਾਲ ਹੋ ਚੱਲਿਆ ਸਾਲ, ਉਹ ਸਾਰੇ ਸੰਤ ਹੀ ਬੈਠੇ ਨੇ। ਆਖੋ ਸਤਿਨਾਮ। ਜਿਨ੍ਹਾਂ ਨੇ ਵਿੱਚੋਂ 500 ਸ਼ਹੀਦੀਆਂ ਹੋ ਚੁੱਕੀਆਂ ਭਾਈ, ਤੇ ਸਤਿਗੁਰੂ ਜੀ ਸਾਨੂੰ ਫਿਰ ਬਲ ਬਖਸ਼ ਰਹੇ ਨੇ ਲੜਨ ਵਾਸਤੇ। ਜ਼ਰੂਰੀ ਨਹੀਂ ਹੁੰਦਾ ਕਿਰਪਾਨਾਂ ਨਾਲ ਯੁੱਧ ਕੀਤਾ ਜਾਵੇ, ਤੀਰਾਂ ਨਾਲ ਯੁੱਧ ਕੀਤਾ ਜਾਵੇ, ਕੁਝ ਯੁੱਧ ਏਦਾਂ ਦੇ ਵੀ ਹੁੰਦੇ ਨੇ, ਤੇ ਸਤਿਗੁਰੂ ਜੀ ਬਲ ਬਖਸ਼ਣ ਉਹਨਾਂ ਨੂੰ। ਸੋ ਇੱਥੇ ਸਤਿਗੁਰੂ ਜੀ ਸਾਨੂੰ ਉਹਨਾਂ ਪ੍ਰਭੂ ਦੇ ਪਿਆਰਿਆਂ ਵੱਲ ਇਸ਼ਾਰਾ ਕਰ ਰਹੇ ਨੇ, ਤੇ ਉਹ ਕਿਸਾਨ ਆਪਣੇ ਮਨੋਦਸ਼ਾ ਨੂੰ ਬਿਆਨ ਕਰ ਰਿਹਾ ਹੈ ਜੀ। ਆਏ ਅਗਾਏ ਰਹੀ ਵਿੱਚ ਬੈਸੇ, ਲੱਕੀ ਕਿਨੈ ਬਿਨ ਖਸਮੀ ਜੈਸੇ। ਹੁਣ ਕਹਿੰਦੇ ਪਸ਼ੂ ਬਿਰਤੀ, ਪਸ਼ੂ ਤੇ ਕਹਿੰਦੇ ਰੱਜ ਰੱਜ ਕੇ ਉਹਨਾਂ ਨੇ ਘਾਹ ਚਰਿਆ ਪਹਿਲਾਂ, ਫਿਰ ਜਦੋਂ ਕੁਝ ਤੁਸ਼ਟੀ ਗੁਣ ਘਟਿਆ ਉਹਨਾਂ ਦਾ, ਉਹਨਾਂ ਨੇ ਫਿਰ ਲਹਿਰਾਉਂਦੇ ਖੇਤਾਂ ਨੂੰ ਚੱਕਣਾ ਕੀਤਾ। ਹੁਣ ਖੇਤਾਂ ਨੂੰ ਰੱਜ ਕੇ ਕਹਿੰਦੇ ਉਹ ਖੇਤਾਂ ਦੇ ਵਿੱਚ ਹੀ ਬੈਠ ਗਈਆਂ ਨੇ। ਇੰਝ ਲੱਗਦਾ ਸੀ ਜਿਵੇਂ ਉਹਨਾਂ ਦਾ ਕੋਈ ਮਾਲਕ ਨਾ ਹੋਵੇ। ਆਖੋ ਸਤਿਨਾਮ। ਭਾਵ ਉਹਨਾਂ ਨੇ ਸਮਝਿਆ ਵੀ ਜਿਹੜੇ ਖੇਤ ਨੇ ਵੀ ਚਰਾਦਾ ਹੀ ਨੇ, ਇਹ ਵੀ ਘਾਹ ਫੂਸੀ ਨੇ। ਤੁਸ਼ਟੀ ਗੁਣ ਦਾ ਮਤਲਬ ਕੀ ਹੁੰਦਾ ਹੈ ਕਿ ਹਰੇਕ ਦੇ ਸਵਾਦ ਦੀ ਵੀ ਇੱਕ ਸੀਮਾ ਹੁੰਦੀ, ਇੱਕ ਸੀਮਾ। ਜਦੋਂ ਸਾਨੂੰ ਬਹੁਤ ਡਾਢੀ ਭੁੱਖ ਲੱਗੀ ਹੋਵੇ ਨਾ ਕਿਤੇ, ਉਦੋਂ ਭੋਜਨ ਦੀ ਸੁੱਕੀ ਬੁਰਕੀ ਵੀ ਖਾ ਕੇ ਵੇਖੋ, ਸਵਾਦ ਆਵੇਗਾ। ਤੇ ਜਿਵੇਂ ਜਿਵੇਂ ਫਿਰ ਬੰਦੇ ਦਾ ਢਿੱਡ ਭਰਦਾ ਜਾਂਦਾ ਨਾ, ਉਹਦੇ ਸਵਾਦ ਦਾ ਅਸਰ ਵੀ ਫਿਰ ਘਟਦਾ ਜਾਂਦਾ। ਫਿਰ ਉਹ ਟੇਸਟ ਨੂੰ ਬਦਲਣ ਵਾਸਤੇ ਫਿਰ ਹੋਰ ਪਾਸੇ ਤੁਰ ਪੈਂਦਾ। ਫਿਰ ਇਸੇ ਤਰ੍ਹਾਂ ਕਹਿੰਦੇ ਪਹਿਲਾਂ ਪਸ਼ੂਆਂ ਨੇ ਘਾਹ ਚਰਿਆ, ਬਾਅਦ ਵਿੱਚ ਜਦੋਂ ਭੁੱਖਿਆਂ ਉਹਨਾਂ ਨੂੰ ਥੋੜਾ ਜਿਹੀ ਤ੍ਰਿਪਤੀ ਆਈ, ਫਿਰ ਕਹਿੰਦੇ ਖੇਤ ਵਿੱਚ ਵੜ ਗਈਆਂ। ਉਹਨਾਂ ਦੇ ਭਾਵੇਂ ਕੋਈ ਖੇਤ ਦੇ ਵਿੱਚ ਤੇ ਚਰਾਹ ਦੇ ਵਿੱਚ ਕੋਈ ਫਰਕ ਨਹੀਂ ਰਿਹਾ, ਸਿਰਫ ਸਵਾਦ ਦੀ ਪੂਰਤੀ ਵਾਸਤੇ ਉਹਨਾਂ ਨੇ ਜਿੱਥੇ ਪਹਿਲਾਂ ਹਰਾ ਘਾਹ ਖਾਧਾ, ਬਾਅਦ ਵਿੱਚ ਲਹਿਰਾਉਂਦੀਆਂ ਫਸਲਾਂ ਵੀ ਛਕ ਲਈਆਂ। ਹੁਣ ਕਹਿੰਦੇ ਆ ਰੱਜ ਕੇ ਕਹਿੰਦੇ ਉਹ ਖੇਤਾਂ ਵਿੱਚ ਹੀ ਬੈਠ ਗਈਆਂ, ਤੇ ਜਦੋਂ ਬਹਿ ਗਈਆਂ ਤੇ ਫਿਰ ਜਿਹੜੀ ਖੇਤੀ ਤੇ ਉਹ ਲੱਭਣੀ ਸੀ। ਹੁਣ ਲਹਿਰਾਉਂਦੇ ਆਉਂਦੇ ਖੇਤ ਕਹਿੰਦੇ ਮਿੱਧ ਸੁੱਕੇ ਉਹਨਾਂ ਨੇ। ਹੁਣ ਕਹਿੰਦੇ ਜਿਹੜੀ ਉਸ ਖੇਤ ਦੀ ਹਾਲਤ ਹੈ, ਕਹਿੰਦੇ ਖੇਤ ਤੇ ਕਿਤੇ ਨਜ਼ਰ ਹੀ ਨਹੀਂ ਆ ਰਿਹਾ। ਆਖੋ ਸਤਿਨਾਮ। ਪਤਾ ਹੀ ਨਹੀਂ ਲੱਗਦਾ। ਕਹਿੰਦੇ ਵੀ ਪਸ਼ੂਆਂ ਨੇ ਏਦਾਂ ਦੀ ਉਹਦੀ ਹਾਲਤ ਕਰ ਦਿੱਤੀ ਉਹਨਾਂ ਨੂੰ, ਤੇ ਇਹ ਪਤਾ ਹੀ ਨਹੀਂ ਵੀ ਜਿਵੇਂ ਕਿਤੇ ਖੇਤ ਦਾ ਕੋਈ ਮਾਲਕ ਵੀ ਹੋਵੇ। ਚਰਾਗ ਦੇ ਵਿੱਚ ਤੇ ਖੇਤ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ। ਜਦੋਂ ਇਹੋ ਜਿਹੀ ਹਾਲਤ ਵੇਖਦਾ ਤੇ ਕਿਸਾਨ ਹੁਣ ਕੀ ਕਰ ਸਕਦਾ? ਉਹ ਕਿਵੇਂ ਦੇ ਬਚਨ ਬੋਲਦਾ ਹੈ, ਉਹਨਾਂ ਦਾ ਵਰਣਨ ਸਰਵਣ ਕਰੋ ਜੀ। ਬਚੇ ਸੁਨ ਸ਼੍ਰੀ ਗੁਰ ਜਾਗੇ, ਉੱਠ ਕਰ ਬੈਠ ਨਿਕਾਸਨ ਲਾਗੇ। ਹੁਣ ਜਦੋਂ ਉਸ ਕਿਸਾਨ ਨੇ ਆਸਾ ਪਾਸਾ ਵੇਖਿਆ, ਆਵਾਜ਼ਾਂ ਬੁਝਾਂ ਮਾਰੀਆਂ, ਕਿਹੜਾ ਵਾ ਵੀ ਭਾਈ ਜਿਹਨੇ ਇਹਨਾਂ ਖੇਤਾਂ ਦੇ ਵਿੱਚ, ਮੇਰੇ ਖੇਤਾਂ ਦੇ ਵਿੱਚ ਪਸ਼ੂਆਂ ਨੂੰ ਵਾੜਨਾ ਕੀਤਾ। ਇਸ ਤਰ੍ਹਾਂ ਦੀਆਂ ਜਦੋਂ ਆਵਾਜ਼ਾਂ ਆਈਆਂ, ਸਤਿਗੁਰੂ ਜਾਗੇ, ਉੱਠ ਕੇ ਵੇਖਿਆ, ਤੇ ਫਿਰ ਜਿਵੇਂ ਇੱਕ ਵਿਅਕਤੀ, ਇੱਕ ਜਨ, ਇੱਕ ਗੁਰੂ, ਇੱਕ ਪਿਆਰਾ, ਉਹਨਾਂ ਪਸ਼ੂਆਂ ਨੂੰ ਦਰਕਾਰ ਕੇ ਆਵਾਜ਼ਾਂ ਮਾਰ ਕੇ ਬਾਹਰ ਕੱਢਦਾ ਹੈ। ਸਤਿਗੁਰੂ ਵੀ ਉਹਨਾਂ ਪਸ਼ੂਆਂ ਨੂੰ ਬਾਹਰ ਕੱਢਣ ਲੱਗੇ ਹਨ ਜੀ। ਰਾਗ ਕਰਤ ਕ੍ਰੋਧ ਕਹਿ ਉੱਚੇ, ਜਾਨ ਨਾ ਦਿਓ ਤੁਮੈ ਕਰਮ ਸੁਚੇ। ਹੁਣ ਕਹਿੰਦਾ ਮੈਂ ਤਾਂ ਕਰੂੰਗਾ ਪਰੇਡ ਭਾਈ। ਹੁਣ ਰਾਗ ਕਹਿੰਦੇ ਜ਼ਿਮੀਂਦਾਰ ਨੂੰ, ਕਿਸਾਨ ਨੂੰ। ਰਾਗ ਕ੍ਰੋਧ ਵਿੱਚ ਆ ਗਿਆ, ਗੁੱਸੇ ਵਿੱਚ ਆ ਗਿਆ। ਇਹ ਤਾਂ ਭਾਈ ਗੱਲ ਪੱਕੀ ਹੈ ਕਿ ਜਿਹਦੀ ਖੇਤੀ ਉੱਜੜ ਜਾਵੇ ਉਹਨੂੰ ਗੁੱਸਾ ਤੇ ਆਵੇਗਾ।
ਕਿਸਾਨ ਗੁੱਸੇ ਵਿੱਚ ਆਇਆ, ਬੜੇ ਕ੍ਰੋਧ ਵਿੱਚ ਉੱਚੇ ਉੱਚੇ ਬਚਨ ਕਹੇ ਉਸਨੇ, ਤੇ ਨਾਲ ਇਹ ਵੀ ਕਿਹਾ, ਕਹਿੰਦੇ ਜਾਨ ਨਾ ਦੇਉ ਤੂੰ ਮੈਂ ਘਰ ਸੁੱਚੇ। ਕਹਿੰਦੇ ਹੁਣ ਤੋਂ ਸੁੱਚਾ ਘਰੇ ਨਹੀਂ ਪਹੁੰਚਦਾ, ਭਾਵ ਰੇਡ ਕਰਾਂਗਾ ਤੇਰੀ, ਮੈਂ ਹਿਸਾਬ ਕਿਤਾਬ ਲਵਾਂਗਾ। ਕਿਵੇਂ ਹੋਏ ਸਾਰੇ ਬਚਨ ਕਹਿੰਦਾ ਹੋਇਆ ਗੁਰੂ ਨਾਨਕ ਵੱਲ ਵੱਧ ਰਿਹਾ ਹੈ ਜੀ। ਸਭ ਕਿਦਾਰ ਕੋ ਕਰੋ ਉਜਾਰਾ, ਨਤਰ ਚਲੇ ਟਿਕਰਾਏ ਬੁਲਾਰਾ। ਹੁਣ ਜਿਹੜੇ ਚੌਧਰੀ ਸਿਕਦਾਰ ਪੰਚ ਸਰਪੰਚ ਜਿਨ੍ਹਾਂ ਦੀ ਉਸ ਇਲਾਕੇ ਦੇ ਵਿੱਚ ਹਕੂਮਤ ਚੱਲਦੀ ਸੀ, ਉਹਨਾਂ ਵਿੱਚੋਂ ਸਰਮਾਵਰ ਸੀ ਜਿਸ ਦਾ ਨਾਮ ਇਤਿਹਾਸ ਵਿੱਚ ਰਾਏ ਬਲਾਲ, ਹਜ਼ਾਰਾਂ ਵਿਗਿਆਂ ਦਾ ਮਾਲਕ ਹੈ, ਬਹੁਤ ਵੱਡੀ ਉਮਤ ਹੈ ਉਸ ਚੌਧਰੀ ਦੀ। ਕਹਿੰਦਾ ਮੈਂ ਹੁਣ ਕਿਸੇ ਪੰਚ ਦੇ ਘਰ ਨਹੀਂ ਜਾਵਾਂਗਾ, ਕਿਸੇ ਸਰਪੰਚ ਵੱਲ ਚੌਧਰੀ ਵੱਲ ਨਹੀਂ, ਜਿਹੜਾ ਮੁੱਖ ਇਸ ਇਲਾਕੇ ਦਾ ਸਿਕਦਾਰ ਹੈ, ਜਿਹਦੀ ਚੌਧਰ ਚੱਲਦੀ ਹੈ, ਕਹਿੰਦੇ ਰਾਏ ਬਲਾਲ ਦੇ ਕੋਲ ਜਾ ਕੇ ਤੇਰੀ ਸ਼ਿਕਾਇਤ ਲਾਵਾਂਗਾ। ਆਪੋ ਸਤਨਾਮ। ਫਿਰ ਅਸੀਂ ਵੀ ਏਦਾਂ ਹੀ ਕਰਦੇ, ਨੁਕਸਾਨ ਹੋਇਆ ਹੋਵੇ ਫਿਰ ਪਿੰਡ ਦੇ ਸਰਪੰਚ ਪੰਚ ਵੱਲ ਥੋੜ੍ਹਾ ਅਸੀਂ ਕਿਤੇ ਗੱਲ ਕਰਦੇ, ਤੇ MLA ਲੱਭਦੇ, ਹੁਣ ਅਸੀਂ ਕੋਈ MP ਲੱਭਦੇ, ਸਿੱਧੀ ਮੁੱਖ ਮੰਤਰੀ ਤਾਈਂ ਪਹੁੰਚ ਕਰਾਂਗੇ। ਆਪੋ ਸਤਨਾਮ। ਜਦੋਂ ਕ੍ਰੋਧ ਵਿੱਚ ਆਇਆ, ਗੁੱਸੇ ਦੇ ਵਿੱਚ ਆਇਆ, ਹਾਨੀ ਜਦੋਂ ਜ਼ਿਆਦਾ ਹੋ ਗਈ, ਬੜੇ ਭੈੜੇ ਬਚਨ ਮੁਖ ਤੋਂ ਚਾਰਦਾ ਹੋਇਆ ਕਹਿੰਦਾ ਸਭ ਕਿਦਾਰ ਭਰਮੋ ਜ਼ਿਆਦਾ। ਕਹਿੰਦੇ ਨਾਲੇ ਤੇ ਮੈਂ ਸਾਰਾ ਹਰਜਾਨਾ ਭਰਵਾਵਾਂਗਾ, ਨਾਲੇ ਸਜ਼ਾ ਵੀ ਦਵਾਵਾਂਗਾ, ਔਰ ਨਾਲ ਦੀ ਨਾਲ ਕਹਿੰਦੇ ਤੇਰੀ ਸ਼ਿਕਾਇਤ ਮੈਂ ਹੁਣ ਲੋਕ ਨਹੀਂ ਰੱਖਣੀ। ਮੁੱਖ ਮੰਤਰੀ ਤੱਕ ਉੱਚੇ ਥਾਂ ਜਿਹੜਾ ਰਾਏ ਬਲਾਲ ਬੈਠਦਾ ਹੈ, ਹਕੂਮਤ ਦਾ ਸਿਕਦਾਰ ਹੈ, ਉਹਦੇ ਕੋਲ ਤੇਰੀ ਸ਼ਿਕਾਇਤ ਲਗਾਵਾਂਗਾ ਜੀ। ਅਸ ਕੈ ਸਭ ਸੁਰ ਵੀ ਲਿਆ ਕੀ, ਰਿਸ਼ ਗੁਣ ਸ਼ੋਕ ਬਿਕੈ ਮਤ ਤਾਂ ਕੀ। ਕਹਿੰਦਾ ਇਹ ਕਹਿ ਕੇ ਉਹ ਤੇ ਹੁਣ ਹਫਿਆ ਹੋਇਆ, ਸੜਦਾ ਬਲਦਾ ਭੁਜਿਆ ਕਲੇਜਾ ਲੈ ਕੇ ਉੱਥੋਂ ਤੁਰ ਗਿਆ। ਆਪੋ ਸਤਨਾਮ। ਤੇ ਗੁਰੂ ਨਾਨਕ ਸਾਹਿਬ ਨੇ ਫਿਰ ਸਤ ਕਰਤਾਰ ਕਹਿ ਕੇ ਉੱਥੋਂ ਸਾਰੀਆਂ ਮੱਝੀਆਂ ਹੱਕ ਲਈਆਂ, ਤੇ ਫਿਰ ਜੋ ਅਗਲੀ ਵਾਰਤਾਲਾਪ ਹੁੰਦੀ ਹੈ, ਕਿਵੇਂ ਹੁੰਦੀ ਹੈ ਗੁਰੂ ਸਾਹਿਬ ਦੇ ਨਾਲ ਘਰਦਿਆਂ ਦੀ, ਬਾਹਰਦਿਆਂ ਦੀ, ਉਹਦਾ ਵਰਣਨ ਸਰਵਣ ਕਰੋ ਜੀ। ਪਰਾਲਵ ਤੁਮਰੀ ਹੈ ਜਤੀ, ਬਰਕਤ ਪਾਏ ਪ੍ਰਭੂ ਅਬ ਤੇਤੀ। ਦੇਖੋ ਪ੍ਰਭੂ ਦੇ ਪਿਆਰੇ ਉਹ ਕਿਹਦੇ ਤੇ ਵਿਸ਼ਵਾਸ ਕਰਦੇ ਨੇ? ਪਰਮੇਸ਼ਰ ਦੀ ਪ੍ਰਾਪਤ ਤੇ, ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਤੇ ਉਹ ਨਿਸ਼ੁਕਰੇ ਨਹੀਂ ਹੁੰਦੇ। ਸਤਿਗੁਰ ਸਭਨਾਂ ਦਾ ਭਲਾ ਮਨਾਇਂਦਾ, ਤਿਸ ਦਾ ਬੁਰਾ ਕਿਉਂ ਹੋਏ। ਬੁਰਾ ਕਿਹਦਾ ਹੁੰਦਾ ਭਾਈ? ਜਿਹੜਾ ਕਿਸੇ ਦਾ ਕਰਦਾ, ਪਹਿਲਾਂ ਕਰਦਾ ਨਹੀਂ, ਪਹਿਲਾਂ ਚਿਤਕਦਾ ਹੀ ਹੈ। ਆਪੋ ਸਤਨਾਮ। ਹੁਣ ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ। ਬੁਰਾ ਕਰਨਾ ਹੋਰ ਗੱਲ ਹੈ, ਕਿਸੇ ਦਾ ਬੁਰਾ ਚਿਤਵਣਾ ਹੋਰ ਗੱਲ ਹੈ। ਪਾਪ ਕਿਹਨੂੰ ਕਹਿੰਦੇ? ਚਿਤਵਣ ਨੂੰ ਕਹਿੰਦੇ ਪਾਪੀ ਬੰਦਾ ਹੈ। ਸਾਨੂੰ ਨਹੀਂ ਪਤਾ ਹੈ ਪਾਪੀ ਹੈ ਕਿ ਪੁੰਨੀ ਹੈ, ਪਰ ਵਿਚਾਰਾਂ ਤੋਂ ਪਤਾ ਲੱਗ ਜਾਂਦਾ। ਉਹ ਕਹਿੰਦੇ ਸਤਿਗੁਰ ਸਭਨਾਂ ਦਾ ਭਲਾ ਮਨਾਇਂਦਾ, ਤਿਸ ਦਾ ਬੁਰਾ ਕਿਉਂ ਹੋਏ। ਜਦੋਂ ਅਸੀਂ ਮਨ ਦੇ ਵਿੱਚ ਕਿਸੇ ਬਾਰੇ ਚਿਤਕਦੇ ਹਾਂ ਨਾ, ਉਹਨੂੰ ਕਹਿੰਦੇ ਪਾਪ। ਤੇ ਜਦੋਂ ਉਹ ਚਿਤਕਿਆ ਹੋਇਆ ਕੰਮ ਕਰ ਦਿੰਦੇ ਆ, ਫਿਰ ਬਣ ਜਾਂਦਾ ਅਪਰਾਧ। ਆਪੋ ਸਤਨਾਮ। ਸੰਸਾਰ ਵਿੱਚ ਪਾਪੀਆਂ ਨੂੰ ਕੋਈ ਸਜ਼ਾ ਨਹੀਂ ਹੈ। ਸਜ਼ਾ ਕਿਹਨਾਂ ਨੂੰ ਹੈ ਭਾਈ? ਅਪਰਾਧੀਆਂ ਨੂੰ। ਅਸੀਂ ਮਨ ਵਿੱਚ ਕਿਸੇ ਬਾਰੇ ਕਿੰਨਾ ਮਾੜਾ ਸੋਚੀ ਜਾਈਏ, ਸਰਕਾਰ ਉੱਤੇ ਸਜ਼ਾ ਨਹੀਂ ਦੇ ਸਕਦੀ। ਆਪੋ ਸਤਨਾਮ। ਪਰ ਨਿਰੰਕਾਰ ਤੇ ਸਜ਼ਾ ਦਊਗਾ ਨਾ। ਇਸ ਕਰਕੇ ਕਹਿੰਦੇ ਭਾਈ ਪਾਪੀ ਬੁਰਾ ਹੈ, ਪਾਪ ਬੁਰਾ ਹੈ। ਪਾਪ ਤੇ ਪੁੰਨ ਇੱਥੇ ਦੋਵੇਂ ਇੱਕੋ ਸਮਾਨ ਨੇ। ਗੁਰਬਾਣੀ ਕਹਿੰਦੀ ਪਾਪ ਪੁੰਨ ਦੋਏ ਇੱਕ ਸਮਾਨ। ਕਿਸੇ ਨਾਲ ਪੁੰਨ, ਕਿਸੇ ਵਾਸਤੇ ਭਲਾ ਸੋਚਣਾ,
ਕਿਸੇ ਵਾਸਤੇ ਮਾੜਾ ਸੋਚਣਾ। ਇਹਦੇ ਵਿੱਚ ਇੰਨਾ ਹੀ ਫਰਕ ਹੈ ਕਿ ਉਹ ਜਿਹੜਾ ਗੁਣ ਹੈ ਉਹ ਔਗਣ ਹੈ, ਪਰ ਕਿਸੇ ਵਾਸਤੇ ਚੰਗਾ ਸੋਚਣਾ ਬਹੁਤ ਵਧੀਆ ਗੱਲ ਹੈ, ਚੰਗੇ ਵਿਚਾਰ ਰੱਖਣੇ ਬਹੁਤ ਵਧੀਆ ਗੱਲ ਹੈ। ਪਰ ਜਦੋਂ ਚੰਗੇ ਵਿਚਾਰ ਰੱਖੋਗੇ, ਚੰਗੇ ਚੰਗੇ ਕਹਿ ਮੰਦੇ ਮੰਦਾ ਆਸ ਕੇ ਨਾ ਆਖੀਏ, ਜੇ ਦੇਖਿਆ ਵਰਤੇ। ਤੇ ਸਤਿਗੁਰੂ ਕਹਿੰਦੇ ਭਾਈ ਚੰਗਿਆਈ ਆਦਤ ਕਰੇ ਬੁਰਿਆਈ ਹੋਏ ਸ਼ੇਰ। ਮਨੁੱਖ ਦੇ ਅੰਦਰ ਇਹ ਦੁਰਗਤੀ ਹੈ ਕਿ ਮਾੜਾ ਚਿੱਤਦਿਆਂ ਬਹੁਤ ਛੇਤੀ ਮਾੜਾ ਕਰ ਵੀ ਦਿੰਦਾ ਹੈ, ਪਰ ਪਹਿਲੀ ਗੱਲ ਤੇ ਚੰਗਾ ਸੋਚਦਾ ਹੀ ਨਹੀਂ। ਤੇ ਦੂਜੇ ਬੰਨੇ ਜਦੋਂ ਬਰਿਆਈ ਕਰਨੀ ਹੁੰਦੀ ਨਾ, ਉਹਦੇ ਮਿੰਟਾਂ ਸਕਿੰਟਾਂ 'ਚ ਸ਼ੇਰ ਬਣ ਜਾਂਦਾ। ਆਖੋ ਸਤਿਨਾਮ। ਇਸ ਕਰਕੇ ਸਤਿਗੁਰੂ ਜੀ ਨੂੰ ਇਸ ਵੇਲੇ ਕੋਈ ਚਿੰਤਾ ਨਹੀਂ। ਨਾਨਕ ਚਿੰਤਾ ਤਿਸ ਹੀ ਜਦ ਮੈਂ ਜੀਉ ਪਾਏ ਕੇ ਤਿਨਾ ਤੀ ਰੋਜੀ। ਤੇ ਗੁਰੂ ਨਾਨਕ ਇਸੇ ਕਰਕੇ ਸਰਬੱਤ ਦਾ ਭਲਾ ਮੰਗਦੇ। ਨਾਨਕ ਨਾਮ ਤੇਰੇ ਭਾਣੇ। ਜਦੋਂ ਸਰਬੱਤ ਦਾ ਭਲਾ ਮੰਗੋਗੇ ਵੇ ਤੁਸੀਂ ਕਿਤੇ ਪਾਸੇ ਥੋੜ ਰਹਿ ਜਾਣਾ, ਤੁਸੀਂ ਵਿੱਚੇ ਆ ਜਾਣਾ। ਇਸ ਕਰਕੇ ਹੁਣ ਗੁਰੂ ਨਾਨਕ ਕੀ ਕਹਿ ਰਹੇ ਨੇ? ਅਸ ਕਹਿ ਸਭ ਸੁਰਦੀ ਲੈ ਹਾਕੀ, ਰਿਸ ਪੁਨ ਸ਼ੋਕ ਦਿਖਾਇ ਮਤ ਤਾਂ ਕੀ। ਉਨ ਕਮਲਾਦਨ ਬਚਨੋ ਚਾਰੇ, ਗੋਤਨ ਤੰਦਿਓ ਸ਼ੋਕ ਦੇ ਸਾਰੇ। ਹੁਣ ਸਭ केदार को भरू बजारा, नादर तनो टेकराए बुलारा। ये जेडे सारे बचन ने गुरु नानक ने भी सुने ने, जेडे उस किसान ने आखे ने। ते सतगुरु जी दे हाथ जोड़ गए ने, कहते परा लभ तुमरी है जेती। कहते जेड़ी तेरी परा लभ जा, जेड़े तेरे मत्थे दे भाग ने, उन्होंने कोई नहीं खो सकता। आखो सतनाम। जेते दाने ਅੰਨ ਕੇ ਜੀਆਂ ਬਾਦਨਾ ਪਹਿਲਾਂ ਪਾਣੀ ਜਿੰਦ ਹਰਿਆ। ਭਾਈ ਪਰਮੇਸ਼ਰ ਨੇ ਸਾਰੇ ਅੰਦਰ ਜੀਵਨ ਪਾਇਆ ਹੈ, ਤੇ ਜੇ ਜੀਵਨ ਪਾਇਆ ਹੈ ਤੇ ਨਾਲ ਉਹਨਾਂ ਵਾਸਤੇ ਰਿਜ਼ਕ ਵੀ ਪਾਇਆ ਹੈ। ਆਪੋ ਸਤਨਾਮ। ਪਹਿਲਾਂ ਦੇਤਾ ਹੈ ਰਿਜ਼ਕ ਉਪਾ, ਪਿੱਛੋਂ ਦੇਤਾ ਹੈ ਜੰਤ ਉਪਾ। ਜੀਵ ਦਾ ਜਨਮ ਬਾਅਦ ਵਿੱਚ ਹੈ, ਪਹਿਲਾਂ ਉਹਦੀ ਪ੍ਰਾਰਬਧ ਉਹਦਾ ਭੋਜਨ ਤਿਆਰ ਕੀਤਾ। ਮਾਂ ਦੇ ਗਰਭ ਵਿੱਚ ਅਜੇ ਬੱਚਾ ਜਨਮ ਨਹੀਂ ਲਿਆ ਅਜੇ, ਪਰ ਉਹਦੇ ਅਸਥਾਨਾਂ ਦੇ ਵਿੱਚ ਦੁੱਧ ਪਰਮੇਸ਼ਰ ਨੇ ਪਹਿਲਾਂ ਪੈਦਾ ਕਰ ਦਿੱਤਾ। ਮਕਸਦ ਨਾਲ ਸਾਨੂੰ ਫਿਰ ਵੀ ਭਰੋਸਾ ਨਹੀਂ ਵੱਧਦਾ, ਸਾਡੇ ਅੰਦਰ ਫਿਰ ਵੀ ਸਤ ਨਹੀਂ ਪੈਦਾ ਹੁੰਦਾ, ਸਾਡੇ ਅੰਦਰ ਫਿਰ ਵੀ ਸੰਤੋਖ ਪੈਦਾ ਨਹੀਂ ਹੁੰਦਾ, ਸਾਡੇ ਅੰਦਰ ਫਿਰ ਵੀ ਦਇਆ ਪੈਦਾ ਨਹੀਂ ਹੁੰਦੀ। ਕਾਰਨ ਕੀ ਹੈ? ਇਹ ਪਰਮੇਸ਼ਰ ਤੇ ਭਰੋਸਾ ਹੀ ਨਹੀਂ ਹੈ। ਗੁਰੂ ਨਾਨਕ ਸ਼ੁਕਰ ਦੇ ਵਿੱਚ ਜੁੜੇ ਨੇ, ਹੱਥ ਜੁੜੇ ਨੇ। ਕੀ ਕਹਿ ਰਹੇ ਨੇ? ਕਹਿੰਦੇ ਪਰਾ ਲਭ ਤੁਮਰੀ ਹੈ ਜੇਤੀ। ਜਿਹੜੀ ਤੇਰੀ ਪਰਾ ਲਬਧ ਹੈ ਉਹ ਕੋਈ ਨਹੀਂ ਖੋ ਸਕਦਾ। ਜਿਹੜੀ ਤੇਰੀ ਕਿਰਤ ਹੈ, ਜਿਹੜੀ ਤੇਰੀ ਸੱਚੀ ਸੁੱਚੀ ਕਿਰਤ ਹੈ, ਉਹਨੂੰ ਕੋਈ ਨਹੀਂ ਖੋ ਸਕਦਾ। ਬਰਕਤ ਪਾਏ ਪ੍ਰਭੂ ਅਬ ਤੇਤੀ। ਕਹਿੰਦੇ ਜਿਹੜੀ ਪਰਾ ਲਬਧ ਹੈ, ਜੇਕਰ ਤੇਰਾ ਨਿਸ਼ਠਾ ਹੋਵੇ, ਤੇਰੇ ਅੰਦਰ ਸਤ ਸੰਤੋਖੀ ਬੜਾ ਸੁਭਾਅ ਹੋਵੇ, ਉਹਦੇ ਵਿੱਚ ਇੱਕ ਨਹੀਂ 10 ਨਹੀਂ ਨਾ ਗਿਣੀ ਜਾਣੀ ਵਾਲੀ ਉਹਦੇ ਵਿੱਚ ਬਰਕਤ ਪ੍ਰਭੂ ਪਾ ਦਿੰਦਾ। ਆਖੋ ਸਤਨਾਮ। ਇਹੀ ਇਤਿਹਾਸ ਹੈ, ਇਹੀ ਗੁਰ ਹੈ, ਇਹੀ ਗੁਣ ਨੇ ਗੁਰੂ ਨਾਨਕ ਦੇ, ਕਿ ਸਾਨੂੰ ਸਾਡੀ ਪਰਾਲਬਧ ਤੇ ਭਰੋਸਾ ਨਹੀਂ, ਸਾਨੂੰ ਪਰਮੇਸ਼ਰ ਤੇ ਭਰੋਸਾ ਨਹੀਂ, ਸਾਡੀ ਕਿਰਤ ਸੱਚੀ ਨਹੀਂ। ਆਖੋ ਸਤਨਾਮ। ਗੁਰੂ ਨਾਨਕ ਪੈਰ ਪੈਰ ਤੇ ਸੱਚ ਨਾਲ ਜੁੜਨ ਵਾਸਤੇ ਕਹਿ ਰਹੇ ਨੇ। ਤੇ ਫਿਰ ਕੀ ਕਹਿ ਰਹੇ ਨੇ? ਪਰਾ ਲਬਧ ਤੁਮਰੀ ਹੈ ਜੇਤੀ, ਬਰਕਤ ਪਾਏ ਪ੍ਰਭੂ ਅਬ ਤੇਤੀ। ਜਿਹੜੀ ਤੇਰੀ ਸੱਚੀ ਸੁੱਚੀ ਕਿਰਤ ਹੈ, ਜਿਹੜੀ ਤੇਰੀ ਪਰਾ ਲਬਧ ਹੈ, ਜਿਹੜੇ ਤੇਰੇ ਮੱਥੇ ਦੇ ਭਾਗ ਨੇ, ਉਹਨਾਂ ਨੂੰ ਕੋਈ ਨਹੀਂ ਖੋ ਸਕਦਾ। ਇਹ ਸਾਡੇ ਵਾਸਤੇ ਉਪਦੇਸ਼ ਗੁਰੂ ਨਾਨਕ ਦੇ ਰਹੇ ਹਨ ਜੀ। ਬਿਗਰਨ ਹਾਰ ਬਿਗਰ ਸੋ ਜਾਈ, ਬਹੁਰ ਨ ਸਬਰੈ ਕਰੈ ਲੜਾਈ। ਹੁਣ ਕਹਿੰਦੇ ਜਿਹੜੇ ਤੇਰੇ ਮੁਖਾਰਬਿੰਦ ਤੋਂ ਕੌੜੇ ਬਚਨ ਨਿਕਲਦੇ ਨੇ, ਜਿਹੜੀਆਂ ਤੂੰ ਅੰਦਰੋਂ ਗਾਲਾਂ ਕੱਢ ਰਿਹਾ ਹੈ,
ਜਿਹੜੀ ਤੂੰ ਹੁਣ ਕ੍ਰੋਧ ਭਰੇ ਬਚਨ ਉਸ ਮਰਾਵ ਤੱਕ ਸਿਕਦਾਰ ਤੱਕ ਲੈ ਕੇ ਜਾਣੇ ਨੇ। ਜਿਹੜੇ ਤੂੰ ਬਚਨ ਮੂੰਹ ਦੇ ਵਿੱਚੋਂ ਕੱਢ ਦਿੱਤੇ ਦੁਬਾਰਾ ਮੂੰਹ 'ਚ ਪੈਣੇ ਨਹੀਂ ਗਏ। ਤੇ ਗੁਰੂ ਨਾਨਕ ਸਾਨੂੰ ਇਹਦੀ ਪੌੜੀਆਂ ਦੇ ਵਿੱਚ ਦੱਸ ਰਹੇ ਨੇ ਕਿ ਕਿਵੇਂ ਜੇ ਬਚਨ ਸਾਨੂੰ ਬੋਲਣੇ ਚਾਹੀਦੇ। ਮੂੰਹ ਹੋ ਕੇ ਬੋਲਣ ਜੇਤ ਸੁਣ ਧਰੇ ਯਾਰ, ਕਿਹੜੇ ਵੇਲੇ ਬੋਲੀਏ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਬਚਨ ਤੇ ਏਦਾਂ ਦੇ ਬੋਲਣੇ ਚਾਹੀਦੇ ਨੇ ਜਿਹੜੇ ਉਹ ਪਿਆਰ ਨਾਲ ਸੁਣੇ, ਕੌੜੇ ਬਚਨ ਨਹੀਂ ਬੋਲਣੇ ਚਾਹੀਦੇ। ਪਰ ਜਦੋਂ ਅਸੀਂ ਆਪਦਾ ਹਿੱਤ ਵੇਖਦੇ ਹਾਂ ਅਸੀਂ ਅੰਦਰੋਂ ਅੱਗ ਬਬੂਲੇ ਰਹਿੰਦੇ ਹਾਂ। ਹੁਣ ਤਾਂ ਸਾਡਾ ਸੁਭਾਅ ਇਹੋ ਜਿਹਾ ਬਣ ਗਿਆ, ਪੈਰ ਪੈਰ ਤੇ ਅਸੀਂ ਪ੍ਰਫਤ ਬਚਨ ਬੋਲਦੇ ਹਾਂ, ਨਿਰਮਲ ਸੁਭਾਅ ਸਾਡਾ ਨਹੀਂ ਰਿਹਾ। ਭਾਵ ਕਾਰਨ ਕੀ ਹੈ? ਆਪਣੀ ਪਰਾਲੱਭ ਦੇ ਉੱਤੇ ਸਾਨੂੰ ਭਰੋਸਾ ਨਹੀਂ ਹੈ। ਉਹਨਾਂ ਕਮਾਏ ਹੋਏ ਕਿਰਤ ਕੀਤੀ ਹੋਈ ਤੇ ਸਾਡਾ ਸੱਚਾ ਵਿਸ਼ਵਾਸ ਨਹੀਂ ਹੈ। ਇਸੇ ਕਰਕੇ ਅਸੀਂ ਸੜਦੇ ਬਣਦੇ ਹਾਂ। ਜੇ ਅਸੀਂ ਸਦ ਸ਼ੁਕਰ ਵਾਲੇ ਹੋਈਏ ਫਿਰ ਏਦਾਂ ਦੇ ਬਚਨ ਨਹੀਂ ਬੋਲ ਸਕਦੇ। ਗੁਰੂ ਨਾਨਕ ਇੱਥੇ ਕਹਿੰਦੇ ਬਿਗੜਨ ਹਾਰ ਬਿਗੜ ਸੋ ਜਾਈ। ਜਿਹੜਾ ਤੇ ਵਿਗੜਨਾ ਹੈ, ਜਿੰਨੇ ਨਹੀਂ ਰਹਿਣਾ ਉਹਨੂੰ ਕੋਈ ਵੀ ਨਹੀਂ ਰੱਖ ਸਕਦਾ। ਆਖੋ ਸਤਿਨਾਮ। ਇਹ ਤੇ ਪਸ਼ੂਆਂ ਨੇ ਚਰ ਲਿਆ, ਪਸ਼ੂਆਂ ਨੂੰ ਕੋਈ ਸਮਝ ਨਹੀਂ ਹੈ। ਪਸ਼ੂ ਬਿਰਤੀ ਹੈ, ਚਰ ਲਿਆ ਉਹਨਾਂ ਨੇ ਤੇ ਤੂੰ ਉਹਨਾਂ ਤੇ ਰੋਸ ਕਰਦਾ ਹੈ। ਤੇ ਜਦੋਂ ਪਰਮੇਸ਼ਰ ਫਿਰ ਕਰੋਪ ਹੋ ਜਾਂਦਾ, ਕਹਿੰਦਾ ਵੀ ਬੰਦੇ ਦਾ ਬੰਦਾ ਨਹੀਂ ਨਾ ਜਲ ਸਕਦਾ। ਜਦੋਂ ਪਰਮੇਸ਼ਰ ਕੋਈ ਕਰਦੇ ਨੇ ਫਿਰ ਉੱਥੇ ਇਹਦਾ ਜ਼ੋਰ ਥੋੜਾ ਚੱਲਦਾ। ਆਖੋ ਸਤਿਨਾਮ। ਹੁਣ ਕਾਰਨ ਇੱਥੇ ਕੀ ਹੈ? ਕਹਿੰਦੇ ਵਿਗੜਨ ਹਾਰ ਬਿਗੜ ਸੋ ਜਾਈ। ਜਿੰਨੀ ਤੇਰੀ ਪ੍ਰਾਲਬਧ ਹੈ ਉਨੀ ਦੇ ਤੈਨੂੰ ਪ੍ਰਾਪਤ ਹੋਣੀ ਹੈ। ਤੇ ਜਿਹੜੀ ਤੇਰੀ ਪ੍ਰਾਲਬਧ ਨਹੀਂ, ਜਿੱਥੇ ਤੇਰਾ ਹੱਕ ਨਹੀਂ, ਤੂੰ ਉੱਥੇ ਐਵੇਂ ਹੱਕ ਕਿਉਂ ਜਤਾਉਣਾ ਚਾਹੁੰਦਾ? ਤੂੰ ਸਦ ਸ਼ੁਕਰ ਨਹੀਂ ਕਰਦਾ। ਹੁਣ ਜਿੰਨੇ ਤੈਨੂੰ ਚਾਹੀਦੇ ਨੇ ਉਹਦੀ ਤੇਰੀ ਪ੍ਰਾਲਬਧ ਅਨੁਸਾਰ ਮਿਲ ਜਾਣੇ ਨੇ। ਪਰ ਬੰਦਾ ਸ਼ੁਕਰ ਕਿੱਥੇ ਕਰਦਾ? ਨਹੀਂ ਕਰਦਾ। ਕੋਈ ਸਮਾਂ ਹੁੰਦਾ ਸੀ, ਬਾਬਿਆਂ ਨੂੰ ਪੁੱਛ ਕੇ ਦੇਖ ਲਓ, ਬਜ਼ੁਰਗਾਂ ਨੂੰ ਪੁੱਛ ਕੇ ਦੇਖ ਲਓ। ਹੁਣ ਜਿੰਨੀ ਕਣਕ ਜਾਂ ਜਿੰਨੀ ਫਸਲ ਇੱਕ ਘਰ ਦੀ ਹੁੰਦੀ ਉਦੋਂ ਸਾਰੇ ਪਿੰਡ ਦੀ ਹੋਣੀ ਹੁੰਦੀ ਸੀ। ਆਖੋ ਸਤਿਨਾਮ। ਤੇ ਜੀਵਨ ਤੇ ਉਦੋਂ ਵੀ ਹੈਗਾ, ਉਦੋਂ ਵੀ ਸਾਰੇ ਰਿਸ਼ਤੇ ਨਿਭਦੇ ਸੀ, ਸਭ ਵਧੀਆ ਨਿਭਦੇ ਸੀ। ਆਖੋ ਸਤਿਨਾਮ। ਕਰਸਾਣੀ ਕਰਨ ਵਾਲਿਆਂ ਨੂੰ ਪਤਾ, ਜਦੋਂ ਕਿਸੇ ਦਾ ਕੰਮ ਥੋੜਾ ਜਿਹਾ ਪਿੱਛੇ ਰਹਿ ਜਾਂਦਾ ਸੀ ਨਾ, ਤੇ ਜ਼ਿਮੀਂਦਾਰਾਂ ਦਾ ਸੁਭਾਅ ਹੁੰਦਾ ਸੀ, ਕਹਿੰਦੇ ਚਲੋ ਉਹਦੀ ਮਦਦ ਕਰੀਏ, ਉਹ ਪਿੱਛੇ ਰਹਿ ਗਿਆ। ਆਖੋ ਸਤਿਨਾਮ। ਉਹਨੂੰ ਬਾਹਰ ਦਈਏ। ਤੇ ਜੇ ਅੱਜ ਸਾਡੇ ਕੋਲ ਭਾਵੇਂ 4 ਕਰੇ ਟਰੈਕਟਰ ਨੇ, ਤੇ ਜੇ ਕੋਈ ਪਿੱਛੇ ਰਹਿ ਗਿਆ ਨਾ ਉਹਦੀ ਕੋਈ ਸਾਰ ਨਹੀਂ ਜਮੀਂਦਾ। ਇੱਥੋਂ ਪਤਾ ਲੱਗਦਾ ਕਿ ਸਾਡਾ ਜੀਵਨ ਕਿੰਨਾ ਸੱਤ ਵਾਲਾ ਹੈ, ਕਿੰਨਾ ਸੰਤੋਖ ਵਾਲਾ ਹੈ। ਬਜ਼ੁਰਗਾਂ ਨੂੰ ਪਤਾ ਕਿਸੇ ਦੀ ਕਣਕ ਪਿੱਛੇ ਰਹਿ ਜਾਣੀ ਤੇ ਮੰਗਦੇ ਚਲੇ ਜਾਣਾ, ਕਹਿੰਦੇ ਚਲੋ ਦਾਤੀਆਂ ਦਾ ਕੁਝ ਨਾਲ ਕਣਕ ਵਢਾਈਏ ਉਹਦੀ। ਤੇ ਅੱਜ ਅਸੀਂ ਹੁਣ ਝੋਨਾ ਹੁਣ ਲਵਾਉਂਦੇ ਹਾਂ, ਕੋਈ ਲਵਾਉਂਦਾ ਕਿਸੇ ਨਾਲ ਝੋਨਾ? 5-5 ਹਜ਼ਾਰ ਪਰ ਦਿੰਦੇ ਤੁਸੀਂ ਭਾਈ, ਕੋਈ ਕਿਸੇ ਦੀ ਮਦਦ ਨਹੀਂ ਕਰਦਾ। ਭਾਈਚਾਰਕ ਸਾਂਝ ਖਤਮ ਹੋ ਗਈ। ਕਿਉਂ ਹੋ ਗਈ? ਗੁਰੂ ਨਾਨਕ ਦੇ ਬਚਨ ਨਹੀਂ ਕਮਾਏ ਅਸੀਂ। ਕੋਈ ਸੱਤ ਵਾਲਾ, ਸੰਤੋਖ ਵਾਲਾ, ਦਇਆ ਵਾਲਾ, ਧਰਮ ਵਾਲਾ ਜੀਵਨ ਸਾਡੇ ਵਿੱਚ ਨਹੀਂ ਰਿਹਾ। ਕਹਿੰਦੇ ਜੀਵਨ ਵਿੱਚ ਜਿੰਨੀ ਤੇਰੀ ਪ੍ਰਾਲਬਧ ਹੈ ਉਹ ਤੈਨੂੰ ਪ੍ਰਾਪਤ ਹੋ ਜਾਣੀ ਹੈ। ਪਰ ਪ੍ਰਾਪਤ ਉਹਨੇ ਕਰੀ ਜਿਹਦੇ ਵਿੱਚ ਸੱਤ ਹੋਵੇ, ਜਿਹਦੇ ਵਿੱਚ ਸੰਤੋਖ ਹੋਵੇ, ਜਿਹਦੇ ਵਿੱਚ ਦਇਆ ਹੋਵੇ, ਜਿਹਦੇ ਵਿੱਚ ਧਰਮ ਹੋਵੇ। ਉਹਦੇ ਨਾਲ ਤੂੰ ਨਿਰੋਗੀ ਰਹੇਗਾ। ਹੁਣ ਮਾਇਆ ਤੇ ਬਹੁਤ ਹੈ, ਪਰ ਸਾਰੇ ਇਹ ਕਹਿੰਦੇ ਭਾਈ ਮਾਈਆਂ ਦੁੱਧ ਪਾਉਂਦੀਆਂ ਹੋਣਗੀਆਂ ਜਾਂ ਜ਼ਿਮੀਂਦਾਰ ਜਾਂਦੇ ਹੋਣਗੇ ਪੈਸੇ ਲੈਣ, ਤੇ ਇੰਨੀ ਜ਼ਰੂਰ ਕਹਿੰਦੇ ਹੋਣਗੇ ਵੀ ਭਾਈ ਪੈਸੇ ਦੇ ਦੇ, ਡਾਕਟਰ ਕੋਲੋਂ ਦਵਾਈ ਦਿਵਾਉਣੀ ਆ। ਆਪਾਂ ਸਤਿਨਾਮ। ਜੋ ਜੋ ਦਿਸੇ ਸੋ ਸੋ ਰੋਗੀ। ਗੁਰੂ ਨਾਨਕ ਕਹਿੰਦੇ ਨੇ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਹੜਾ ਜੁੜਿਆ ਹੈ ਸਤਿਗੁਰ ਦੇ ਨਾਲ, ਜਿਨੇ ਗੁਰੂ ਨਾਨਕ ਦੇ ਬਚਨ ਕਮਾਏ ਨੇ, ਉਹੀ ਰੋਗ ਤੋਂ ਰਹਿਤ ਹੋਵੇਗਾ, ਨਹੀਂ ਸਾਰੇ ਰੋਗੀ ਨੇ। ਇਸ ਕਰਕੇ ਕਹਿੰਦੇ ਬਿਗੜਨ ਹਾਰ ਬਿਗੜ ਸੋ ਜਾਈ, ਬਾਹਰ ਨਾ ਸੰਭਰੀ ਕਰੇ ਲੜਾਈ। ਕਹਿੰਦਾ ਫਿਰ ਲੜਾਈ ਕਰਨ ਦਾ ਕੀ ਫਾਇਦਾ? ਵੱਟਾਂ ਬੰਦਿਆਂ ਤੋਂ ਲੜਾਈਆਂ, ਜ਼ਿਮੀਂਦਾਰਾਂ ਦੀ ਛੋਟੀ ਛੋਟੀ ਗੱਲ ਤੋਂ ਲੜਦੇ ਫਿਰਦੇ ਨੇ। ਗੁਰੂ ਨਾਨਕ ਕਹਿੰਦੇ ਭਾਈ
ਜਿਹਨੇ ਵਿਗੜ ਜਾਣਾ ਉਹਦੇ ਵਾਸਤੇ ਲੜਾਈ ਕਰਨੀ, ਕਾਹਦੇ ਵਾਸਤੇ ਕਰੇ ਕਲੇਸ਼ ਪਾਉਣਾ। ਬਿਨ ਬਾਦੇ ਸੰਸਾਰ ਬਾਦੇ ਖਪੀਏ, ਕਾਹਦੇ ਦੀ ਖਪਣਾ, ਜਾਂ ਰਹਿਣਾ ਨਹੀਂ ਐਤ ਜਗ, ਤੇ ਫਿਰ ਕਾਹਦੇ ਹਉਮੈ ਹੰਕਾਰ ਵਾਸਤੇ ਕਾਹਦੇ ਲਈ ਕਰਨਾ। ਗੁਰੂ ਨਾਨਕ ਦਾ ਇਸ ਆਦੇਸ਼ ਸਾਰਿਆਂ ਵਾਸਤੇ ਸਾਂਝਾ ਹੈ, ਸਮਝਣ ਵਾਲਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਜੀ। ਇਹ ਨਿਜ ਭਾਗ ਸਵਰਨੀ ਹੋਏ, ਇਹ ਨਾ ਵਿਗਾਰ ਸਕੇ ਕਉ ਕੋਈ। ਕਹਿੰਦੇ ਭਾਈ ਜਿਹੜੀ ਨਿੱਜੀ ਭਾਗਾਂ ਵਿੱਚ ਠੀਕ ਹੋਣੀ ਹੈ ਉਸ ਨੂੰ ਕੋਈ ਵਿਗਾੜ ਨਹੀਂ ਸਕਦਾ, ਉਹਨੂੰ ਕੋਈ ਨਹੀਂ ਖੋ ਸਕਦਾ। ਤੇ ਜੇ ਉਹਦਾ ਹੁਕਮ ਨਾ ਹੋਇਆ ਫਿਰ ਕਹਿੰਦੇ ਹੱਥ ਵਿੱਚ ਟੁੱਟੀ ਹੋਈ ਬੁਰਕੀ ਵੀ ਰਹਿ ਜਾਂਦੀ ਆ। ਆਖੋ ਸਤਿਨਾਮ। ਕਿਉਂਕਿ ਗੁਰੂ ਨਾਨਕ ਦੇ ਬਚਨ ਨੇ ਚੱਲ ਦਰ ਹਾਲ ਦੀਵਾਨ ਬੁਲਾਇਆ। ਬਹੁਤ ਪ੍ਰੇਮ ਨਾਲ ਸੇਵਾ ਕਰਨ ਵਾਲੇ ਇੱਕ ਸ਼ਖਸ ਨੇ, ਉਹਨਾਂ ਦੇ ਬਜ਼ੁਰਗ ਦੀ ਜਦੋਂ ਚੜ੍ਹਾਈ ਹੋਈ ਨਾ, ਉਹ ਕਹਿੰਦੇ ਖਰਬੂਜਾ ਚੀਰ ਲਿਆ, ਕਰਦ ਵੀ ਹੱਥ ਵਿੱਚ ਬੜੇ ਪ੍ਰੇਮ ਦੇ ਨਾਲ ਛੁਰੀ ਦੇ ਨਾਲ ਕੱਟ ਕੇ ਹੱਥ ਵਿੱਚ ਰੱਖ ਲਿਆ, ਮੂੰਹ ਵਿੱਚ ਪਾਉਣ ਲੱਗਿਆ ਕਹਿੰਦੇ ਹੁਕਮ ਹੋ ਗਿਆ। ਆਖੋ ਸਤਿਨਾਮ। ਕਹਿੰਦੇ ਜਿਹੜੀ ਪ੍ਰਾਪਤ ਤੇਰੇ ਅੰਦਰ ਜਾਣੀ ਹੈ, ਜਿਹੜੀ ਤੈਨੂੰ ਪ੍ਰਾਪਤ ਹੋਣੀ ਹੈ, ਉਹਨੂੰ ਨਹੀਂ ਕੋਈ ਖੋ ਸਕਦਾ। ਪਰ ਜਿਹੜੀ ਤੇਰੇ ਭਾਗਾਂ ਦੇ ਵਿੱਚ ਨਹੀਂ, ਉਹ ਕਹਿੰਦੇ ਹੱਥ ਵਿੱਚ ਰਹਿ ਜਾਂਦੀ ਹੈ। ਸੋ ਇਸ ਕਰਕੇ ਸ਼ੰਕਾ ਨਾ ਕਰਿਆ ਕਰ, ਸ਼ਿਕਵਾ ਨਾ ਕਰਿਆ ਕਰ, ਸ਼ਰਧਾ ਕਰਿਆ ਕਰ। ਆਖੋ ਸਤਿਨਾਮ। ਸ਼ਰਧਾ ਤੋਂ ਬਿਨਾਂ ਜੀਵ ਸਖਣਾ ਰਹਿ ਜਾਂਦਾ ਹੈ। ਕਈ ਵਾਰੀ ਗਿਆਨ ਤੇ ਕੋਲ ਬਹੁਤ ਹੁੰਦਾ ਹੈ ਪਰ ਸ਼ਰਧਾ ਨਹੀਂ ਹੁੰਦੀ। ਜਿਹੜਾ ਗਿਆਨ ਤਰਕ ਦੀ ਬੁਨਿਆਦ ਉੱਤੇ ਖੜਾ ਹੁੰਦਾ ਹੈ ਮਨੁੱਖ, ਪਰ ਜਿੱਥੇ ਸ਼ਰਧਾ ਹੁੰਦੀ ਹੈ ਨਾ, ਉੱਥੇ ਫਿਰ ਸ਼ੰਕਾ ਨਹੀਂ ਜੇ ਹੁੰਦਾ, ਉੱਥੇ ਵਿਸ਼ਵਾਸ ਪੈਦਾ ਹੁੰਦਾ। ਗਿਆਨ ਵੀ ਚਾਹੀਦਾ ਹੈ ਤੇ ਸ਼ਰਧਾ ਵੀ ਚਾਹੀਦੀ ਹੈ। ਇਹ ਜਦੋਂ ਦੋਵਾਂ ਦਾ ਮੇਲ ਹੁੰਦਾ ਹੈ ਨਾ ਭਾਈ, ਫਿਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸੋ ਇਹ ਬਚਨ ਜਿਹੜੇ ਕਿਸਾਨ ਨੇ ਕਹੇ ਨੇ, ਗੁਰੂ ਨਾਨਕ ਉਹਨਾਂ ਬਚਨਾਂ ਦੇ ਵਿੱਚੋਂ ਇਹ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਸਾਡੇ ਪ੍ਰਾਰਬਧ, ਸਾਡੇ ਭਾਗ, ਸਾਡੇ ਕਰਮ ਨੇ। ਤੇ ਸਤਿਗੁਰੂ ਕਹਿੰਦੇ ਕਰਮ ਕਰਤ ਹੋਵੇ ਨਹਿ ਕਰਮ, ਤਿਸ ਬੈਸ ਨੂੰ ਕਾ ਨਿਰਮਲ ਧਰਮ। ਕਾਹੂ ਫਲ ਕੀ ਇੱਛਾ ਨਹੀਂ ਬਾਝੇ, ਕੇਵਲ ਭਗਤ ਕੀਰਤਨ ਸੰਗ ਰਾਜੇ। ਇਹ ਜੋ ਬਚਨ ਨੇ ਕਿ ਕਮਾਉਣ ਵਾਲੇ ਨੇ, ਜਿਨ੍ਹਾਂ ਵਿੱਚੋਂ ਸਤ ਪੈਦਾ ਹੋਵੇ, ਜਿਨ੍ਹਾਂ ਵਿੱਚੋਂ ਸੰਤੋਖ ਪੈਦਾ ਹੋਵੇ, ਜਿਨ੍ਹਾਂ ਵਿੱਚੋਂ ਦਇਆ ਪੈਦਾ ਹੋਵੇ, ਜਿਨ੍ਹਾਂ ਵਿੱਚੋਂ ਧਰਮ ਪੈਦਾ ਹੋਵੇ, ਉਹ ਗੁਰੂ ਨਾਨਕ ਦੇ ਬਚਨ ਨੇ। ਉਹ ਕਿਸਾਨ ਨੂੰ ਵੀ ਸਮਝਾ ਰਹੇ ਨੇ ਤੇ ਕਿਸਾਨ ਆਪਣੀ ਵਿਥਿਆ ਦੱਸ ਰਿਹਾ ਹੈ। ਤੇ ਸਤਿਗੁਰੂ ਜੀ ਉਸ ਵਿਥਿਆ ਦੇ ਵਿੱਚੋਂ, ਉਸ ਕਥਾ ਦੇ ਵਿੱਚੋਂ ਵੀ ਸਾਨੂੰ ਨਿਰਮਲ ਗਿਆਨ ਬਖਸ਼ ਰਹੇ ਨੇ ਕਿ ਭਾਈ ਜੀਵਨ ਕੀ ਹੈ, ਜੀਵਨ ਦੇ ਵਿੱਚ ਕਮਾਉਣਾ ਕੀ ਹੈ। ਇਹ ਨਹੀਂ ਕਿ ਫਸਲ ਵੱਡਾ ਬੋਝ ਲੱਗ ਜਾਵੇ, ਪਰ ਉਸ ਬੋਝ ਦੇ ਵਿੱਚੋਂ ਜਿਹੜੀ ਕਮਾਈ ਕੀਤੀ ਹੈ, ਮਾਇਆ ਪ੍ਰਾਪਤ ਹੋਈ ਹੈ, ਉਹਨੂੰ ਫਿਰ ਵਿਕਾਰਾਂ ਵਿੱਚ ਲਾ ਦਿੱਤੀ। ਆਖੋ ਸਤਿਨਾਮ। ਧਰਮ ਦੀ ਕਮਾਈ ਜੇ ਪ੍ਰੇਮ ਨਾਲ ਕੀਤੀ ਹੋਵੇਗੀ ਨਾ, ਬੰਦਾ ਉਹਨੂੰ ਖਰਚਣ ਲੱਗਾ ਨਹੀਂ, ਫਿਰ ਪ੍ਰੇਮ ਰੱਖਦਾ, ਫਿਰ ਵਿਕਾਰਾਂ ਵਿੱਚ ਖਰਚ ਨਹੀਂ ਕਰਦਾ, ਉਹਨੂੰ ਫਿਰ ਧਰਮ ਅਰਥ ਦੇ ਕਾਮ ਲਾਉਂਦਾ। ਸੋ ਇਸ ਕਰਕੇ ਸਤਿਗੁਰਾਂ ਨੇ ਬਹੁਤ ਵੱਡੀ ਕਿਰਪਾ ਦੇ ਨਾਲ ਨਵਾਜਿਆ ਹੈ। ਜਿੰਨੇ ਕਦਮ ਚੱਲ ਕੇ ਆਏ ਹੋ, ਸਿਰ ਮੱਥੇ ਗੁਰੂ ਨਾਨਕ ਭਲੀ ਕਰਨ, ਕਿਰਪਾ ਕਰਨ, ਦਇਆ ਕਰਨ। ਸਾਡੇ ਵਿੱਚ ਵੀ ਸਤ ਸੰਤੋਖ, ਦਇਆ ਭਾਵਨਾ ਦੀ ਦਾਤ ਪੈਦਾ ਹੋਵੇ। ਅਸੀਂ ਵੀ ਸਦੀਵ ਕਾਲ ਵਾਸਤੇ ਸਤ ਸੰਤੋਖੀ ਹੋਈਏ, ਸਰਬੱਤ ਦਾ ਭਲਾ ਮੰਨਣ ਵਾਲੇ ਹੋਈਏ। ਤੇ ਇਹੀ ਕਹੀਏ ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ।